ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਨੇ ਜੀ ਸਾਰਿਆਂ ਦੇ? ਰਾਜੀ ਖੁਸ਼ੀ ਹੋ ਸਾਰੇ? ਕਿਵੇਂ ਰਹੇ ਦੀਵਾਲੀ ਜੀ ਸਭ ਦੀ? ਆਜੋ ਸਾਰੇ ਆਨਲਾਈਨ ਹੋਈਏ ਜੀ। 5 ਵੱਜ ਗਏ। ਚਾਹ ਚੂ ਤਾਂ ਲੱਗਦਾ ਤੁਸੀਂ ਪੀ ਲਈ ਹੈ ਸਾਰਿਆਂ ਨੇ ਅੱਜ। ਇਹ ਕੀ ਲੱਗ ਗਿਆ ਕੋਈ ਪਿੱਛੇ ਮੇਰੇ ਬੋਰਡ ਦੇ? ਇਹਦਾ ਭਾਈ ਮਟੇਣਾ ਪੈਣਾ। ਹੋਰ ਸਭ ਠੀਕ ਠਾਕ ਹੋ ਜੀ ਸਾਰੇ? ਹਾਂਜੀ ਮੈਂ ਪੰਜਾਬੀ ਮੇਰੀ ਜਾਤ ਪੰਜਾਬੀ। ਮੈਂ ਪੰਜਾਬੀ ਤੇ ਮੇਰੀ ਜਾਤ ਪੰਜਾਬੀ। ਹੋਰ ਜੀ ਸਾਰੇ ਹਜੇ ਕੋਈ ਨਹੀਂ ਆ ਰਿਹਾ? ਕਿੱਥੇ ਰਹਿ ਗਏ ਜੀ ਤੁਸੀਂ? ਆਜੋ ਸਾਰੇ। ਸਤਿ ਸ੍ਰੀ ਅਕਾਲ ਜੀ ਰਵੀ ਜੀ, ਸਤਿ ਸ੍ਰੀ ਅਕਾਲ। ਮੰਜੂ ਭੱਟੀ ਜੀ ਸਤਿ ਸ੍ਰੀ ਅਕਾਲ। 5 ਜਣੇ ਆਨਲਾਈਨ ਹੋ ਗਏ ਜੀ ਤੁਸੀਂ ਹੈਂ। ਪ੍ਰੀਤੋ ਜੀ ਵੀ ਆ ਗਏ। ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਕਿਵੇਂ ਰਹੀ ਦੀਵਾਲੀ ਜੀ ਸਭ ਦੀ? ਚਾਹ ਪੀਣੀ ਜੀ? ਚਾਹ ਮੈਂ ਆਪ ਪੀ ਰਿਹਾ, ਤੁਸੀਂ ਵੀ ਚਾਹ ਪੀਓ। ਆਓ ਸਾਰੇ ਜਣੇ। ਆ ਜਾ ਭਾਈ, ਤੂੰ ਵੀ ਦਿਸਣ ਲੱਪਾ। ਹਾਂਜੀ ਹਾਂਜੀ ਪ੍ਰੀਤੋ ਜੀ, ਦੀਵਾਲੀ ਬਹੁਤ ਵਧੀਆ ਰਹੀ ਜੀ। ਰੂਪੀ ਜੀ ਸਤਿ ਸ੍ਰੀ ਅਕਾਲ ਜੀ। ਸੌਰੀ, ਹੁਣ ਮੇਰੇ ਕੋਲ ਕੰਪਿਊਟਰ ਹੈ ਨਹੀਂ ਜੀ, ਮੈਨੂੰ ਆ ਮੋਬਾਈਲ ਤੇ ਸਾਰਾ ਕੁਝ ਦੇਖਣਾ ਪੈਂਦਾ। ਇਸ ਕਰਕੇ ਕਿਸੇ ਵੇਲੇ ਕੋਈ ਨਾ ਭੁੱਲ ਜਾਵੇ ਤਾਂ ਹੈਪੀ ਦੀਵਾਲੀ ਰੂਪੀ ਜੀ। ਹੈਪੀ ਦੀਵਾਲੀ ਜੀ ਸਾਰਿਆਂ ਨੂੰ, ਬਹੁਤ ਬਹੁਤ ਹੈਪੀ ਦੀਵਾਲੀ ਜੀ। ਤੇ ਅੱਜ ਸੰਗਰਾਂਦ ਵੀ ਹੈ ਜੀ, ਤੁਹਾਨੂੰ ਸਾਰਿਆਂ ਨੂੰ ਪਤਾ। ਤੇ ਪਤਾ ਜੀ ਕਿਹੜੇ ਮਹੀਨੇ ਦੀ ਸੰਗਰਾਂਦ ਅੱਜ ਸੀਗੀ? ਕਹਿੰਦੇ ਮੱਸਿਆ ਵੀ ਨਾਲ ਹੀ ਸੀ ਤੇ ਸੰਗਰਾਂਦ ਵੀ ਸੀਗੀ ਜੀ। ਕਿਹੜਾ ਮਹੀਨਾ ਸੀਗਾ ਜੀ? ਹਾਂ ਠੀਕ ਹੈ ਜੀ, ਵਧੀਆ ਚੰਗੀ ਚਾਹੀਦੀ ਜੀ। ਦੀਵਾਲੀ ਸਭ ਦੀ ਵਧੀਆ ਰਵੇ ਤਾਂ ਚੰਗੀ ਗੱਲ ਹੈ ਜੀ। ਕਿਹੜੇ ਮਹੀਨੇ ਦੀ ਅੱਜ ਸੰਗਰਾਂਦ ਸੀਗੀ ਜੀ? ਪਤਾ ਜੀ ਕਿਸੇ ਨੂੰ? ਹਾਂ ਨਾ ਭੱਟੀ ਜੀ ਸਤਿ ਸ੍ਰੀ ਅਕਾਲ। ਰਵੀ ਜੀ ਚਾਹ ਪੀ ਰਹੇ ਤੁਸੀਂ ਕਿ ਨਹੀਂ? ਮੈਂ ਗੱਲ ਕਰਦਾ ਜੀ, ਸੰਗਰਾਂਦ ਅੱਜ ਕਿਹੜੇ ਮਹੀਨੇ ਦੀ ਸੀ ਪਤਾ ਕੁਛ? ਸੰਗਰਾਂਦ ਕਿਹੜੇ ਦਿਨ ਮਹੀਨੇ ਦੀ ਸੀ ਅੱਜ? ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਜੀ। ਮੱਘਰ। ਹਾਂਜੀ ਹਾਂਜੀ, ਵਾਹ 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 ਵਾਹ। ਮੱਘਰ ਮੱਘਰ, ਹਾਂਜੀ ਰਵੀ ਜੀ ਵੀ ਮੱਘਰ ਕਹਿ ਰਿਹਾ ਆ, ਰੂਪੀ ਜੀ ਵੀ ਮੱਘਰ ਕਹਿ ਰਿਹਾ ਆ। ਸੰਗਰਾਂਦ ਸੀ ਜੀ, ਮੱਘਰ ਮਹੀਨਾ। ਅੱਛਾ, ਦੇਸੀ ਮਹੀਨਿਆਂ ਦੇ ਨਾਂ ਕਿਹਨੂੰ ਕਿਹਨੂੰ ਆਉਂਦੇ ਜੀ? ਆਪਾਂ ਪੰਜਾਬੀ ਕਲਾਸ ਲਾਉਨੇ ਆ, ਆਪਾਂ ਦੇਖਣਾ ਵੀ ਪੰਜਾਬੀ ਦੇ ਵਿੱਚ
ਇਹ ਕਿਹੜੇ ਕਿਹੜੇ ਨਾਮ ਜਿਹੜੇ ਸਾਡੇ ਦੇਸੀ ਮਹੀਨਿਆਂ ਦੇ ਅਸੀਂ ਜਿਨ੍ਹਾਂ ਨੂੰ ਕਹਿੰਦੇ ਆ ਆਪਣੇ ਪੰਜਾਬ ਦੇ ਵਿੱਚ ਗਿਣੇ ਗਏ ਆ ਦੇਸੀ ਮਹੀਨਿਆਂ ਦੇ ਨਾਂ ਕਿਹੜੇ ਕਿਹੜੇ ਆ ਜੀ ਪਤਾ ਦੱਸੋ ਇੱਕ ਵਾਰੀ। ਮੱਘਰ ਤੋਂ ਬਾਅਦ ਕੀ ਆਉਂਦਾ ਜੀ? ਚਲੋ ਇਹਨਾਂ ਦੱਸੋ ਵੀ ਇਹ ਠੰਡ ਦਾ ਸਭ ਤੋਂ ਜਿਹੜਾ ਜ਼ਿਆਦਾ ਠੰਡਾ ਮਹੀਨਾ ਆ ਉਹ ਕਿਹੜਾ ਆ ਸਾਡੇ ਦੇਸੀ ਮਹੀਨਿਆਂ ਦੇ ਵਿੱਚ? ਸਭ ਤੋਂ ਜ਼ਿਆਦਾ ਠੰਡਾ ਮਹੀਨਾ ਆਪਣੇ ਦੇਸੀ ਮਹੀਨਿਆਂ ਦੇ ਵਿੱਚ ਕਿਹੜਾ ਮੰਨਿਆ ਗਿਆ? ਕੁਝ ਪਤਾ ਜੀ? ਦੱਸੋ। ਫਿਰ ਤੁਹਾਨੂੰ ਪੁੱਛੂ ਮੈਂ ਗਰਮ ਕਿਹੜਾ ਮੰਨਿਆ ਗਿਆ ਸਭ ਤੋਂ ਜ਼ਿਆਦਾ? ਦੇਸੀ ਮਹੀਨਾ ਮਾਘ ਤੋਂ ਬਾਅਦ ਹਾਂ ਪੋਹ। ਹਾਂਜੀ, ਸਭ ਤੋਂ ਜਿਹੜਾ ਠੰਡਾ ਮਹੀਨਾ ਆਪਣੇ ਮੰਨਿਆ ਗਿਆ ਦੇਸੀ ਮਹੀਨਿਆਂ ਦੇ ਵਿੱਚ ਉਹ ਹੁੰਦਾ ਜੀ ਪੋਹ ਦਾ। ਰਵੀ ਜੀ ਤੁਹਾਨੂੰ ਨਹੀਂ ਪਤਾ ਹੋਣਾ, ਤੁਹਾਨੂੰ ਜਨਵਰੀ ਫਰਵਰੀ ਵਾਲਿਆਂ ਤੁਸੀਂ ਹੈ ਨਾ ਇੰਗਲੈਂਡ ਇਹ ਜਨਵਰੀ ਫਰਵਰੀ। ਹਾਂਜੀ ਪੋਹ ਦਾ ਪ੍ਰੀਤੋ ਜੀ, ਠੀਕ ਹੈ ਬਿਲਕੁਲ ਸਹੀ ਗੱਲ। ਤੇ ਗਰਮ ਕਿਹੜਾ ਜੀ ਮਹੀਨਾ ਹੁੰਦਾ ਆਪਣੇ ਦੇਸੀ ਮਹੀਨਿਆਂ ਦੇ ਵਿੱਚ? ਗਰਮ ਮਹੀਨਾ ਕਿਹੜਾ ਸਭ ਤੋਂ ਜ਼ਿਆਦਾ ਜਿਹਦੇ ਵਿੱਚ ਗਰਮੀ ਪੈਂਦੀ ਆ? ਮਤਲਬ ਕਿ ਇਹ ਕਹਿ ਲਈਏ ਵੀ ਜਿਹੜੇ ਸਾਡੇ ਏਸੀ ਆ ਉਹ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੇ ਆ। ਕਿਹੜਾ ਮਹੀਨਾ ਜੀ ਸਭ ਤੋਂ ਗਰਮ ਮਹੀਨਾ ਕਿਹੜਾ? ਦੱਸੋ ਜੀ, ਅਜੇ ਤੇ ਮੈਸੇਜ ਨਹੀਂ ਆਇਆ। ਸਭ ਤੋਂ ਗਰਮ ਮਹੀਨਾ ਕਿਹੜਾ ਗਿਣਿਆ ਗਿਆ ਦੇਸੀ ਮਹੀਨਿਆਂ ਦੇ ਵਿੱਚ? ਹਾਂਜੀ ਬਿਲਕੁਲ ਪ੍ਰੀਤੋ ਜੀ ਸਹੀ ਗੱਲ ਆ, ਜੇਠ ਦਾ ਮਹੀਨਾ ਜੀ ਸਭ ਤੋਂ ਗਰਮ। ਜੋ ਨਾਰਮਲ ਨਹੀਂ ਜੀ, ਜੇਠ ਨਹੀਂ ਹੁੰਦਾ ਜੀ, ਨਾ 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 ਨਾ, ਗਲਤ ਹੈ ਜੀ, ਇਹ ਗਲਤ ਹੈ ਗਲਤ ਹੈ, ਸੌਰੀ 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 ਸੌਰੀ। ਹਾੜ ਦਾ ਮਹੀਨਾ ਸਭ ਤੋਂ ਜ਼ਿਆਦਾ ਗਰਮ ਗਿਣਿਆ ਜੀ। ਹਾੜ, ਹਾੜ ਦਾ ਮਹੀਨਾ ਸਭ ਤੋਂ ਜ਼ਿਆਦਾ ਗਰਮ ਮੰਨਿਆ ਜਾਂਦਾ। ਇਸੇ ਮਹੀਨੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਵੀ ਆਪਣੇ ਤੱਤੀ ਤਵੀ ਤੇ ਬਿਠਾਇਆ ਸੀ। ਹਾੜ ਦਾ ਮਹੀਨਾ ਜੀ ਜ਼ਿਆਦਾਤਰ ਮੰਨਿਆ ਗਿਆ ਗਰਮਾਂ ਦੇ ਵਿੱਚ, ਤੇ ਇਸ ਕਰਕੇ ਹਾਂਜੀ ਸੌਰੀ ਨਹੀਂ ਜੀ, ਸੌਰੀ ਕਾਹਦੀ ਕੋਈ ਨਹੀਂ ਜੀ, ਇਹ ਤਾਂ ਸੌਰੀ ਵਾਲੀ ਗੱਲ ਨਹੀਂ ਹੈਗੀ, ਕਈ ਵਾਰੀ ਨਹੀਂ ਇਹਨਾਂ ਗੱਲਾਂ ਦਾ ਆਪਾਂ ਜ਼ਿਆਦਾ ਧਿਆਨ ਰੱਖਦੇ। ਹਾਂਜੀ ਹਾੜ, ਹਾੜ ਹੁੰਦਾ ਜੀ ਪ੍ਰੀਤੋ ਜੀ ਬਿਲਕੁਲ। ਹਾੜ ਦਾ ਮਹੀਨਾ ਸਭ ਤੋਂ ਜ਼ਿਆਦਾ ਜਿਹੜਾ ਉਹ ਆਪਣੇ ਇੰਡੀਆ ਦੇ ਵਿੱਚ ਗਰਮੀ ਦਾ ਮੰਨਿਆ ਜਾਂਦਾ। ਔਰ ਉਸੇ ਮਹੀਨੇ ਗੁਰੂ ਅਰਜਨ ਦੇਵ ਜੀ ਨੂੰ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਅਸੀਂ ਕਹਿੰਦੇ ਆ, ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸੀ। ਉਸੇ ਮਹੀਨੇ ਆਪਣੇ ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਛਬੀਲਾਂ ਵੀ ਲੱਗਦੀਆਂ, ਤੇ ਉਹ ਹਾੜ ਦਾ ਮਹੀਨਾ ਹੁੰਦਾ ਜੀ। ਤੇ ਬਾਕੀ ਸੁਣਾਓ ਬਰਸਲ ਕਿੱਦਾਂ ਚੱਲ ਰਿਹਾ ਜੀ? ਬਰਸਲ ਵਾਲਿਓ ਜਾਂ ਬਾਕੀ ਬੈਲਜੀਅਮ ਤੋਂ ਜਿੱਥੋਂ ਵੀ ਦੇਖਦੇ, ਕਿੱਦਾਂ ਤੁਹਾਡੇ ਸ਼ਹਿਰਾਂ ਦਾ ਹਾਲ ਚਾਲ ਕਿਵੇਂ ਆ? ਮੈਂ ਜੇ ਕੋਈ ਖਬਰ ਵੀ ਲਾਈ ਸੀ ਜੀ ਵੀ ਜਿਹੜਾ ਬਚ ਕੇ ਰਹੋ, ਜਿਹੜਾ ਲੁੱਟਾਂ ਖੋਹਾਂ ਵਾਲੇ ਜਿਹੜੇ ਉਹ ਬਹੁਤ ਸਰਗਰਮ ਹੋ ਚੁੱਕੇ ਆ ਜੀ ਬੈਲਜੀਅਮ ਦੇ ਵਿੱਚ। ਤੇ ਉਹ ਅੱਜ ਕੱਲ੍ਹ ਹੋਰ ਨਵੀਂ ਕਾਰਵਾਈ ਇੱਕ ਕਰ ਰਿਹਾ, ਨਕਲੀ ਨੋਟ ਬੜੇ 10 ਦੇ ਜਾਂ 20 ਦੇ ਲਿਆ ਰਹੇ ਆ, ਤੇ ਉਹ ਨੋਟਾਂ ਨੂੰ ਲਿਆ ਕੇ ਤੁਹਾਡੇ ਕੋਲੋਂ ਕੋਈ ਨਾ ਕੋਈ ਤੁਹਾਡੇ ਕੋਲੋਂ ਉਹ ਕੋਈ ਨਾ ਕੋਈ ਸੌਦਾ ਲੈ ਲੈਂਦੇ ਆ, ਤੇ ਬਾਅਦ ਵਿੱਚ ਜਦ ਚਲ ਜਾਂਦੇ ਆ ਤੇ ਫਿਰ ਉਹ ਨਕਲੀ ਨੋਟ ਨਿਕਲਦੇ। ਜ਼ਿਆਦਾਤਰ ਇਸ ਗੱਲ ਦਾ ਵੀ ਧਿਆਨ ਰੱਖੋ, ਤੇ ਜੇ ਤੁਹਾਨੂੰ ਕੋਈ ਆਉਂਦਾ ਉਹਦੇ ਨਾਲ ਲੜਨ ਦੀ ਲੋੜ ਨਹੀਂ, ਕਿਸੇ ਤਰੀਕੇ ਨਾਲ ਉਹਨੂੰ ਜੇ ਤੁਸੀਂ ਕਰ ਸਕਦੇ ਆ ਕੈਮਰੇ ਦੇ ਵਿੱਚ, ਤੇ ਤੁਹਾਨੂੰ ਜੇ ਸ਼ੱਕ ਪੈਂਦੀ ਆ ਤੇ ਬੇਸ਼ੱਕ ਤੁਸੀਂ ਉਹ ਪੁਲਿਸ ਨੂੰ ਦੱਸ ਦਿਓ ਕਿ ਅਸੀਂ ਲੜਾਈ ਨਹੀਂ ਕਰਨੀ ਚਾਹੁੰਦੇ ਸੀ, ਕਿਉਂਕਿ ਇੱਥੇ ਲੜਾਈ ਕੀਤੀ ਤਾਂ ਤੁਹਾਨੂੰ ਉਲਟਾ ਨੁਕਸਾਨ ਹੋਣਾ। ਤੇ ਇੱਥੇ ਦੀਆਂ ਜਿਹੜੀਆਂ ਕਾਨੂੰਨ ਆ ਉਹ ਥੋੜ੍ਹਾ ਜਿਹਾ ਹੋਰ ਹਿਸਾਬ ਦੇ ਆ, ਤੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ। ਤੇ ਪਿਛਲੇ 2-4 ਦਿਨਾਂ ਦੇ ਵਿੱਚ ਮੈਂ ਇੱਕ ਵੀਡੀਓ ਵੀ ਦਿਖਾਈ ਆ, ਉਹ ਆਸਟਨ ਡੇ ਇੱਕ ਸਾਡੇ ਭਾਜੀ ਹੈਗੇ ਆ, ਉਹਨਾਂ ਦੀ ਦੁਕਾਨ ਦੇ ਉੱਤੇ 2 ਚੋਰ ਜਿਹਾ ਆ ਗਿਆ ਸੀ, ਤੇ ਉਹ ਮਗਰ ਦੌੜੇ ਜਾਂਦੇ ਦੀ ਉਹ ਵੀਡੀਓ ਤੁਸੀਂ ਦੇਖੀ ਹੋਣੀ ਆ। ਮੈਂ ਜਿਹੜੀ ਅੱਜ ਖਬਰ ਲਾਈ ਆ ਉਹਦੇ ਵਿੱਚ ਆ, ਇਸ ਕਰਕੇ ਥੋੜ੍ਹਾ ਜਿਹਾ ਬਚ ਕੇ ਰਹੋ, ਕਿਉਂਕਿ ਆਪਾਂ ਚੋਰਾਂ ਨੂੰ ਮੌਕਾ ਨਹੀਂ ਦੇਣਾ, ਤੇ ਜੇ ਉਹ ਆਉਂਦੇ ਆ ਤਾਂ ਫਿਰ ਉਹ
ਉਹਨਾਂ ਨੂੰ ਜੇ ਜਵਾਬ ਜਦ ਦਿੰਦੇ ਹਾਂ ਫਿਰ ਉਹ ਕਈ ਵਾਰੀ ਸਾਡੇ ਹੱਕ 'ਚ ਨਹੀਂ ਰਹਿੰਦਾ। ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਵੀ ਆਪਾਂ ਜਿੰਨਾ ਵੱਧ ਤੋਂ ਵੱਧ ਬਚਾ ਨਾ ਚੱਲ ਸਕਿਆ ਜਾਵੇ। ਤੇ ਕੱਲ ਤੋਂ ਸਕੂਲ ਖੁੱਲ੍ਹ ਰਿਹਾ ਜੀ। ਕੱਲ ਤੋਂ ਸਾਰੇ ਬੱਚਿਆਂ ਨੇ ਸਕੂਲ ਜਾਣਾ ਜੀ ਸਵੇਰੇ। ਤੇ ਹੁਣ ਸਰਕਾਰ ਨੇ ਪਤਾ ਨਹੀਂ ਕਿੱਦਾਂ ਫੈਸਲਾ ਲੈ ਲਿਆ ਵੀ ਸਕੂਲ ਦੁਬਾਰਾ ਖੁੱਲ੍ਹਣਗੇ, ਕਿਉਂਕਿ ਜੇ ਪਿਛਲੇ ਦਿਨਾਂ ਦੇ ਰਿਕਾਰਡ ਨੂੰ ਦੇਖੀਏ ਤਾਂ ਥੋੜ੍ਹਾ ਜਿਹਾ ਰਿਸਕੀ ਸੀਗਾ ਜੀ ਸਕੂਲ ਜਾਣਾ ਬੱਚਿਆਂ ਦਾ। ਪਰ ਸਰਕਾਰਾਂ ਆਪਣੇ ਹਿਸਾਬ ਨਾਲ ਸੋਚਦੇ ਆ ਜੀ, ਉਹਨਾਂ ਨੂੰ ਇਹ ਠੀਕ ਲੱਗਦਾ ਵੀ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਹੈਗੀ। ਤੇ ਚਲੋ ਦੇਖੋ ਹੁਣ ਕੀ ਬਣਦਾ। ਹਾਂਜੀ, ਤੇ ਬੱਚਿਆਂ ਨੂੰ ਸਕੂਲ ਸਵੇਰੇ ਜਾਣਾ ਪਊਗਾ ਸਾਰਿਆਂ ਨੂੰ। ਕਿਸੇ ਦਾ 8 ਵਜੇ ਸਕੂਲ ਲੱਗਣਾ, ਕਿਸੇ ਦਾ 9 ਵਜੇ ਲੱਗਣਾ। ਤੇ ਸਾਰੇ ਧਿਆਨ ਰੱਖੋ ਤੇ ਬੱਚਿਆਂ ਨੂੰ ਵੀ ਸਮਝਾਓ। ਹਾਂਜੀ ਹਾਂਜੀ, ਕੱਲ੍ਹ ਤੋਂ ਸਟਾਰਟ ਹੈ ਜੀ। ਬਰੱਸਲ ਵੀ ਸਾਡੇ ਇੱਧਰ ਸਾਰੇ ਏਰੀਏ ਦੇ ਵਿੱਚ ਤਕਰੀਬਨ ਪੂਰੇ ਬੈਲਜੀਅਮ ਦੇ ਵਿੱਚ ਕੱਲ੍ਹ ਤੋਂ ਸਟਾਰਟ ਹੈ ਜੀ। ਕੱਲ੍ਹ ਨੂੰ 16 ਤਰੀਕ ਆ ਤੇ ਕੱਲ੍ਹ ਤੋਂ ਸਕੂਲ ਜਿਹੜੇ ਤਕਰੀਬਨ ਉਹ ਸਾਰੇ ਦੁਬਾਰਾ ਸਟਾਰਟ ਹੋ ਜਾਣੇ ਆ। ਪਰ ਬੱਚਿਆਂ ਦਾ ਥੋੜ੍ਹਾ ਜਿਹਾ ਧਿਆਨ ਰੱਖੋ, ਕਿਉਂਕਿ ਪਿਛਲੀ ਵਾਰੀ ਵੀ ਇਹ ਬੱਚਿਆਂ ਦੀ ਵਜ੍ਹਾ ਨਾਲ ਜ਼ਿਆਦਾ ਵਧਿਆ ਸੀਗਾ। ਤੇ ਹੁਣ ਵੀ ਪਤਾ ਨਹੀਂ ਕਿਉਂ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ ਹਜੇ। ਉਹਨਾਂ ਦੇ ਬੱਚੇ ਜਿਹੜੇ ਸਕੂਲੇ ਜਿਹੜੇ ਆ ਉਹ ਬਹੁਤ ਜ਼ਰੂਰੀ ਆ ਤੇ ਹੈ ਵੀ ਜ਼ਰੂਰੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਤਾਂ ਹੈ ਨਹੀਂ ਗੀਆਂ, ਪਰ ਫਿਰ ਵੀ ਬਚਾਅ ਜਿਹੜਾ ਉਹ ਬਹੁਤ ਜ਼ਰੂਰੀ ਆ। ਤੇ ਬੱਚਿਆਂ ਨੂੰ ਸਮਝਾ ਕੇ ਘਰੋਂ ਭੇਜੋ ਵੀ ਕੋਸ਼ਿਸ਼ ਨਾ ਕਰੋ ਕਿਸੇ ਨੂੰ ਉੱਥੇ ਜ਼ਿਆਦਾ ਕਿਸੇ ਦੇ ਨੇੜੇ ਹੋਣ ਦੀ। ਤੇ ਜਿੰਨਾ ਬਚਾਅ ਆਪਣਾ ਕੀਤਾ ਜਾ ਸਕਦਾ ਉਨਾ ਹੀ ਵਧੀਆ ਜੀ। ਤੇ ਇੱਕ ਦੱਸਿਓ ਜੀ, ਆਵਾਜ਼ ਮੇਰੀ ਸਹੀ ਆ ਰਹੀ ਆ? ਆਵਾਜ਼ ਸਹੀ ਠੀਕ ਹੈ ਜੀ? ਆਵਾਜ਼ ਠੀਕ ਆ? ਠੀਕ ਆ। ਅਗਰ ਪਿਛਲੀ ਵਾਰੀ ਆਪਾਂ ਕੁਛ ਨਵੀਆਂ ਚੀਜ਼ਾਂ ਮੈਂ ਲੱਭ ਕੇ ਲਿਆਂਦੀਆਂ ਸੀਗੀਆਂ। ਤੇ ਕਰੋਨਾ ਦੀ ਰਿਪੋਰਟ ਅੱਜ ਦੀ ਜਿਹੜੀ ਆ ਜੀ ਉਹ ਥੋੜ੍ਹੀ ਜਿਹੀ ਨਲਾਇਕ ਹੀ ਆ। 197 ਦੇ ਕਰੀਬ ਅੱਜ ਜਿਹੜੀਆਂ ਉਹ ਮੌਤਾਂ ਹੋਈਆਂ ਜੀ। ਤੇ ਮਤਲਬ ਕੱਲ੍ਹ 215 ਸੀਗੀਆਂ ਜੀ ਰੂਪੀ ਜੀ। ਤੇ ਇਹ ਹਜੇ ਕੋਈ ਥੱਲੇ ਨੂੰ ਨਹੀਂ ਜਾ ਰਿਹਾ। 197 ਬੈਲਜੀਅਮ ਵਰਗੇ ਛੋਟੇ ਜਿਹੇ ਦੇਸ਼ ਦੇ ਵਿੱਚ ਜਿਹੜੀਆਂ ਮੌਤਾਂ ਉਹ ਬਹੁਤ ਆ। ਪਰ ਇਹ ਅੱਜ ਹੀ ਮੇਰੀ ਕਿਸੇ ਹੋਰ ਨਾਲ ਗੱਲ ਹੋ ਰਹੀ ਸੀ। ਇੱਥੇ ਮੇਰੇ ਕੋਲ ਇੱਕ ਬੈਲਜ ਲੇਡੀ ਆਏ ਸੀਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਮੇਰੇ ਕੋਲ ਬੈਲਜ ਲੇਡੀ ਆਏ ਸੀਗੇ ਇੱਥੇ ਹੁਣੇ ਥੋੜ੍ਹੀ ਦੇਰ ਪਹਿਲਾਂ ਗਈ ਆ। ਉਹ ਮੇਰੇ ਨਾਲ ਇਹੀ ਗੱਲ ਕਰਦੀ ਸੀ। ਉਹ ਕਹਿੰਦੀ ਭਈ ਮਨਜੀਤ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਉਹ ਇਹੀ ਗੱਲ ਕਰਦੇ ਸੀ ਵੀ ਉਹ ਕੋਈ ਸਮਝ ਤੋਂ ਬਾਹਰ ਆ ਇਹ ਵੀ ਸਾਰੀਆਂ ਮੌਤਾਂ ਕਿ ਕਰੋਨਾ ਨੇ ਹੋ ਰਹੀਆਂ ਜਾਂ ਕੋਈ ਹੋਰ ਵੀ ਕੋਈ ਮੌਤ ਹੈ ਇਹਨਾਂ ਦਿਨਾਂ ਦੇ ਵਿੱਚ। ਸਾਰਾ ਕਰੋਨਾ ਹੀ ਕਰੋਨਾ ਹੋਈ ਜਾ ਰਿਹਾ। ਕੋਈ ਹਾਰਟ ਦਾ ਪੇਸ਼ੈਂਟ ਨਹੀਂ, ਕੋਈ ਹੋਰ ਕੋਈ ਕਿਸੇ ਕਿਸਮ ਦੀ ਮੌਤ ਨਹੀਂ। ਸਿਰਫ ਤਾਂ ਕਰੋਨਾ ਦੇ ਸਾਰੇ ਚੱਕਰ ਚੱਲੀ ਜਾਂਦੇ ਆ। ਤੇ ਉਹ ਕਹਿੰਦੀ ਸੀ ਵੀ ਮੈਨੂੰ ਕੁਛ ਇਸ ਗੱਲ ਦੀ ਸਮਝ ਨਹੀਂ ਲੱਗਦੀ। ਅਸੀਂ ਸਾਰੇ ਆਪ ਲੋਕ ਜਿਹੜੇ ਪਰੇਸ਼ਾਨ ਆ ਵੀ ਸਾਰਾ ਕੁਛ ਕਰੋਨਾ ਹੀ ਕਰੀ ਜਾ ਰਿਹਾ, ਹੋਰ ਕੋਈ ਹੈ ਹੀ ਨਹੀਂ ਕੰਮ। ਮਤਲਬ ਕਿਸੇ ਕਿਸਮ ਦੀ ਹੋਰ ਮੌਤ ਦਾ ਕੋਈ ਬਣਦਾ ਹੀ ਨਹੀਂ ਸਾਧਨ। ਸਿਰਫ ਕਰੋਨਾ ਦੇ ਨਾਲੇ ਸਾਰੀਆਂ ਮੌਤਾਂ ਹੋ ਰਹੀਆਂ। ਤੇ ਇਸ ਕਰਕੇ ਲੋਕ ਇੱਥੇ ਦੇ ਵੀ ਪਰੇਸ਼ਾਨ ਨੇ। ਤੇ ਦੂਸਰਾ ਉਹ ਗੱਲ ਕਰਦੀ ਸੀ ਵੀ ਜਿਹੜਾ ਮਾਹੌਲ ਆ ਉਹ ਨਿਆਣਿਆਂ ਲਈ ਵੀ ਇੰਨਾ ਵਧੀਆ ਨੇ। ਪਰ ਚਲੋ ਹੁਣ ਸਰਕਾਰ ਜੋ ਫੈਸਲਾ ਲਊਗੀ ਜੀ ਉਹਦੇ ਮੁਤਾਬਕ ਅਸੀਂ ਕੁਛ ਕਰ ਨਹੀਂ ਸਕਦੇ। ਤੇ ਜੋ ਸਰਕਾਰ ਨੇ ਕਹਿਣਾ ਉਹਦੇ ਮੁਤਾਬਕ ਹੀ ਚੱਲਣਾ ਪੈਣਾ। ਇਸ ਕਰਕੇ ਜਿਹੜੀ ਅੱਜ ਦੀ ਪੋਜੀਸ਼ਨ ਆ ਉਹ ਜ਼ਿਆਦਾ ਵਧੀਆ ਨਹੀਂ ਕਰੋਨਾ ਦੀ। ਤੇ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ 13 ਤਰੀਕ ਨੂੰ ਜਿਹੜਾ ਸਾਡੇ ਦਸੰਬਰ ਦੀ ਆ ਉਸ ਦਿਨ ਜਿਹੜਾ ਸਾਡਾ ਕੀ ਕਹਿੰਦੇ ਆਪਾਂ ਲੋਕਡਾਊਨ ਖੁੱਲ੍ਹ ਜਾਊਗਾ ਜਾਂ ਨਹੀਂ ਖੁੱਲ੍ਹੂਗਾ। ਇਹ ਥੋੜ੍ਹੀ ਜਿਹੀਆਂ ਦੁਚਿੱਤੀਆਂ ਜਿਹੀਆਂ ਬਣੀਆਂ ਹੋਈਆਂ ਨੇ। ਤੇ ਕੁਛ ਜਿਹੜੇ ਹਾਈ ਲੈਵਲ ਦੇ ਬੰਦੇ ਉਹਨਾਂ ਨਾਲ ਕੁਛ ਮੇਰੀ ਗੱਲ ਹੋਈ ਆ। ਕਈ ਥੋੜ੍ਹਾ ਜਿਹਾ ਇਸ ਚੀਜ਼ ਨੂੰ ਲੈ ਕੇ ਥੋੜ੍ਹਾ ਚਿੰਤਾ ਵਿੱਚ ਵੀ ਆ ਵੀ ਸ਼ਾਇਦ ਨਾ ਖੁੱਲ੍ਹੇ। ਬਾਕੀ ਚਲੋ ਪਰਮਾਤਮਾ ਦੇ ਹੱਥ ਹੈ ਜੀ, ਕੀ ਕਰ ਸਕਦੇ ਹਾਂ ਆਪਾਂ, ਕੁਛ ਨਹੀਂ ਕਰ ਸਕਦੇ। ਤੇ ਅੱਜ ਮੱਘਰ ਦੀ ਸੰਗਰਾਂਦ 'ਚ ਜੀ ਪ੍ਰਸ਼ਾਦ ਕਹਿਣ ਬਣਾ ਖਾਧਾ। ਦੇਗਾ ਚੱਲੀਆਂ ਜੀ। ਹਾਂਜੀ ਬਿਲਕੁਲ ਜੀ ਬਲਵਿੰਦਰ ਕੌਰ ਜੀ, ਪੋਲੀਟਿਕਸ ਹੈਗੀ ਹੈ ਜੀ, ਇਹਦੇ ਵਿੱਚ ਕੁਛ ਨਹੀਂ ਕਿਹਾ ਜਾ ਸਕਦਾ। ਪਰ ਇਹਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਜੀ। ਸਾਰੇ ਬੰਦੇ ਵਿਹਲੇ ਘਰਾਂ ਦੇ ਵਿੱਚ ਬੈਠ ਗਏ ਆ। ਇਸ ਵਾਰ ਸਰਕਾਰ ਵੱਲੋਂ ਕੋਈ ਜਿਹੜੀ ਪਰਸਨਲ ਸਹਾਇਤਾ ਵੀ ਉਹ ਵੀ ਇੰਨੇ ਬੜੇ ਪੱਧਰ 'ਤੇ ਨਹੀਂ ਦਿੱਤੀ ਜਾ ਰਹੀ, ਜਿਹਦੇ ਨਾਲ ਮਤਲਬ ਜਿਹੜੇ ਕਾਰੋਬਾਰ ਵਾਲੇ ਬੰਦੇ ਆ ਉਹ ਆਪਣਾ ਕੁਛ ਨਾ ਕੁਛ ਗੁਜ਼ਾਰਾ ਚਲਾ ਲੈਣ। ਹੁਣ ਪਰਸੋਂ ਜਿਹੜੀਆਂ ਨਿਊਜ਼ ਆਈਆਂ ਸੀ ਉਹਨਾਂ ਦੇ ਵਿੱਚ ਇਹਨੇ ਦੱਸਿਆ ਵੀ 1.5 ਮਹੀਨੇ ਦਾ ਜਾ ਕੇ ਇਹਨਾਂ ਨੇ ਕੋਈ 1000 ਯੂਰੋ ਦੇਣਾ। ਤੇ ਪਹਿਲੀ ਆਪਣੇ ਨਵੰਬਰ ਤੋਂ ਜਿਹੜਾ ਆ ਜੀ। ਹਾਂ ਅੱਛਾ ਜੀ, ਗੁਰੂ ਘਰ ਗਏ ਸੀ ਤੁਸੀਂ? ਠੀਕ ਆ। ਕਿੱਥੇ ਗੈਂਟ ਗਏ ਸੀ ਰੂਪੀ ਜੀ? ਗੈਂਟ ਗਏ ਸੀ ਤੁਸੀਂ?
ਅੱਛਾ ਜੀ। ਤੇ ਉਹ ਹੁਣ ਸਰਕਾਰ ਨੇ ਉਹ ਵੀ ਕੋਈ ਬਹੁਤਾ ਬੜੇ ਪੱਧਰ ਤੇ ਨਹੀਂ ਕਰ ਰਹੀ ਕਿਸੇ ਦੀ ਮਦਦ। ਇਹਨਾਂ ਨੇ ਦੱਸਿਆ ਜੀ ਵੀ 1.5 ਮਹੀਨੇ ਦਾ ਜਾ ਕੇ ਆਪਣੇ 15 ਦਸੰਬਰ ਨੂੰ 1.5 ਮਹੀਨਾ ਬਣਦਾ ਜੇ 1 ਨਵੰਬਰ ਤੋਂ ਲੋਕਡਾਊਨ ਲੱਗਿਆ ਤੇ 1,000 ਰੁਪਈਆ ਮਿਲਣਾ ਸਾਰਾ। ਤੇ 1,000 ਦੇ ਨਾਲ ਤਾਂ ਸਾਡੇ ਜੇ ਸਹੀ ਦੇਖਿਆ ਜਾਵੇ ਤਾਂ ਕਿਰਾਏ ਵੀ ਨਹੀਂ ਪੂਰੇ ਹੁੰਦੇ ਜੀ, ਤੇ ਰੋਟੀ ਕਿੱਥੋਂ ਖਾਣੀ ਆ। ਸਰਕਾਰ ਨੂੰ ਵੀ ਪਤਾ ਇਸ ਗੱਲ ਦਾ, ਪਰ ਹਾਂ ਠੀਕ ਆ ਜੀ, ਠੀਕ ਆ। ਸੰਗਤ ਆਉਂਦੀ ਆ ਰੂਪੀ ਜੀ ਉੱਥੇ ਕਾਫੀ, ਤੇ ਉਹਦੇ ਨਾਲ ਕੀ ਗੁਜ਼ਾਰੇ ਹੋਣੇ ਤੇ ਕੀ ਰੋਟੀ ਖਾਣੀ ਤੇ ਕੀ ਕਿਰਾਏ ਦੇਣੇ ਆ ਜੀ। ਤੇ ਬੜਾ ਮੁਸ਼ਕਲ ਜੀ ਦੇ ਵਿੱਚ, ਪ੍ਰੋਬਲਮ ਜੀ ਦੇ ਵਿੱਚ ਫਸੇ ਹੋ ਆ। ਪਰ ਜੇ ਕਰੋਨਾ ਨੂੰ ਦੇਖਦੇ ਆ ਫਿਰ ਕਹਿੰਦੇ ਭਾਈ ਚੱਲ ਕੋਈ ਨਹੀਂ 2 ਮਹੀਨੇ ਕਰਜ਼ਾ ਦੇ ਦਾਂਗੇ ਚੱਕ ਕੇ ਕਿਸੇ ਤੋਂ, ਹੈ ਨਾ, ਤੇ ਪਰ ਜਾਨ ਤਾਂ ਬਚਾ ਲਈਏ। ਹੁਣ ਇਹ ਨਹੀਂ ਪਤਾ ਜਾਨ ਕਰੋਨਾ ਨੇ ਖਾਣੀ ਆ ਜਾਂ ਇਹਨਾਂ ਦੀਆਂ ਤੰਗੀਆਂ ਜਿਹੜੀਆਂ ਇਹ ਦੇਣ ਲੱਗੇ ਉਹਨਾਂ ਨੇ ਖਾਣੀ। ਬਹੁਤ ਲੋਕ ਤਾਂ ਗੋਰੇ ਆ ਜਿਹੜੇ ਮੇਰੇ ਕੋਲ ਆਉਂਦੇ ਉਹ ਇਸੇ ਗੱਲ ਨੂੰ ਲੈ ਕੇ ਡਰੇ ਬੈਠੇ ਆ ਵੀ ਪਤਾ ਨਹੀਂ ਕੀ ਬਣਨਾ। ਬਹੁਤ ਲੋਕ ਟੀਕਾ ਲਵਾਉਣ ਨੂੰ, ਜਿਹੜਾ ਇਹਨਾਂ ਨੇ ਦਵਾਈ ਤਿਆਰ ਕੀਤੀ ਆ, ਤੇ ਉਹ ਬਹੁਤ ਲੋਕ ਉਹਦੇ ਬਰਖਲਾਫ ਆ। ਉਹ ਕਹਿੰਦੇ ਅਸੀਂ ਨਹੀਂ ਇਹ ਟੀਕਾ ਲਵਾਉਣਾ ਭਾਈ, ਕਿਉਂਕਿ ਜਿਹੜਾ ਟੀਕਾ ਆ ਇਹਦਾ ਪਤਾ ਨਹੀਂ ਕੀ ਸਾਈਡ ਇਫੈਕਟ ਹੋਣੇ ਆ, ਕਿੱਦਾਂ ਇਹਨੇ ਮਤਲਬ ਸਹੀ ਹੋਣਾ, ਸਾਨੂੰ ਸੈੱਟ ਬਹਿਣਾ ਕਿ ਨਹੀਂ। ਹਾਂ ਅੱਛਾ ਜੀ, ਠੀਕ ਆ ਸਹੀ ਆ, ਹਾਂਜੀ ਠੀਕ ਆ ਜੀ। ਬਸ ਉਹ ਫਿਰ ਜ਼ਿਆਦਾ ਗੁਰੂ ਘਰਾਂ ਦੇ ਵਿੱਚ ਵੀ ਮਨਾਹੀ ਹੈ ਜੀ, ਕਿਉਂਕਿ ਇਹਨਾਂ ਦੀਆਂ ਜੇ ਚਰਚਾ ਬੰਦ ਹੈ ਤਾਂ ਤਕਰੀਬਨ ਗੁਰੂ ਘਰਾਂ ਦੇ ਵੀ ਸਾਰੇ ਉਹ ਬੰਦ ਹੀ ਹੋਣਾ ਜੀ। ਤੇ ਸਿਰਫ ਸੰਗਤਾਂ ਮੱਥਾ ਟੇਕ, ਕੱਲ੍ਹ ਤਾਂ ਮੈਂ ਘਰ ਨਹੀਂ ਜਾ ਸਕਿਆ, ਘਰ ਦੇ ਗਏ ਸੀਗੇ, ਦੱਸਦੇ ਵੀ ਦੀਵਾ ਜਗਾਇਆ ਸਿਰਫ, ਤੇ 2 ਮਿੰਟ ਮੱਥਾ ਟੇਕਿਆ ਬਸ, ਸਾਰੇ ਜਣੇ ਬਾਹਰ ਆ ਗਏ। ਤੇ ਹਾਂਜੀ ਗਾਬਾ ਚਾਲ ਭਾਜੀ ਸਤਿ ਸ਼੍ਰੀ ਅਕਾਲ ਜੀ। ਤੇ ਚਲੋ ਕੀ ਕਰ ਸਕਦੇ ਆ ਜੀ, ਕੁਛ ਕੀਤਾ ਨਹੀਂ ਜਾ ਸਕਦਾ। ਹੁਣ ਮੌਸਮ ਹੀ ਇੱਦਾਂ ਦਾ ਚੱਲਦਾ ਜੀ, ਤੇ ਨੇੜੇ ਆ ਗਿਆ 2021 ਜੀ। ਹੁਣ ਬਾਬਾ ਮਿਹਰ ਕਰੇ ਉਹਦੇ ਵਿੱਚ ਸਾਰਿਆਂ ਨੂੰ ਸੁੱਖ ਸ਼ਾਂਤੀ ਮਿਲੇ, ਸਾਰੇ ਤੰਦਰੁਸਤ ਰਹਿਣ। ਨਹੀਂ ਤਾਂ ਜਿੱਦਾਂ ਦੇ ਹਾਲਾਤ ਬਣੀ ਜਾਂਦੇ ਆ ਜਾਂ ਬਣਾਏ ਜਾ ਰਹੇ ਆ ਹਾਲਾਤ, ਉਹਨਾਂ ਤੋਂ ਥੋੜ੍ਹਾ ਜਿਹਾ ਡਰ ਲੱਗਣ ਲੱਗ ਪਿਆ ਹੁਣ। ਤੇ ਬਾਕੀ ਬਾਬੇ ਦਾ ਨਾਂ ਲਿਆ ਕਰੋ, ਸਭ ਠੀਕ ਹੋ ਜਾਣਾ, ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ, ਸਭ ਕੁਛ ਸਹੀ ਹੋ ਜਾਊਗਾ, ਠੀਕ ਹੈ ਜੀ। ਤੇ ਆਪਾਂ ਨਾ ਪਿਛਲੇ ਹਫਤੇ ਕੁਛ ਨਵੇਂ ਨਾਮ ਲੱਭੇ ਸੀ, ਤੇ ਆਪਾਂ ਉਹਦੇ ਬਾਰੇ ਅੱਜ ਗੱਲਾਂ ਬਾਤਾਂ ਕਰਨੀਆਂ ਤੇ ਕੁਛ ਲਿਖਾਂਗੇ ਵੀ। ਇਹ ਪਤਾ ਜੀ ਤੁਹਾਨੂੰ ਉਹ ਕੀ ਹੁੰਦੀ ਆ ਮੂੰਗਲੀ? ਮੂਸਲੀ ਨਹੀਂ ਸਮਝਣਾ, ਮੂੰਗਲੀ। ਮੂੰਗਲੀ ਕਿਹਨੂੰ ਕਹਿੰਦੇ ਆ? ਮੂੰਗਲੀ ਆਮ ਪਿੰਡਾਂ ਦੇ ਵਿੱਚ ਵਰਤੀ ਜਾਣ ਵਾਲੀ ਇਹ ਕੀ ਕੀਤਾ ਜਾਂਦਾ ਮੂੰਗਲੀ ਦੇ ਨਾਲ? ਕਾਹਦੀ ਲਈ ਵਰਤੀ ਜਾਂਦੀ ਮੂੰਗਲੀ? ਕਿਸ ਕੰਮ ਆਉਂਦੀ ਆ ਮੂੰਗਲੀ? ਪਤਾ ਜੀ ਕੁਛ? ਮੂੰਗਲੀ ਕਿਹੜੇ ਕੰਮ ਆਉਂਦੀ ਆ, ਕਦੋਂ ਇਹਦੀ ਲੋੜ ਪੈਂਦੀ ਆ, ਤੇ ਕਿਉਂ ਲੋੜ ਪੈਂਦੀ ਆ? ਪਤਾ ਨਹੀਂ ਜੀ। ਮੂੰਗਲੀ ਕੀ ਹੁੰਦੀ? ਮੂੰਗਲੀ ਪੰਜਾਬ ਦੇ ਰਵੀ ਜੀ ਤੁਹਾਨੂੰ ਨਹੀਂ ਪਤਾ ਮੂੰਗਲੀ? ਨਹੀਂ ਤੁਹਾਨੂੰ ਨਹੀਂ ਪਤਾ ਹੋਣਾ ਜੀ। ਛੋਟਾ ਮੂੰਗਲੀ, ਹਾਂਜੀ ਹਾਂਜੀ ਬਿਲਕੁਲ, ਉਹ ਵੀ ਸਹੀ ਹੈ ਜੀ। ਮੂੰਗਲੀ ਮੂੰਗਲੀ 2 ਤਰ੍ਹਾਂ ਦੀ ਹੁੰਦੀ ਹੈ ਜੀ। ਕਿੱਦਾਂ ਦੀ 2 ਤਰ੍ਹਾਂ ਦੀ ਹੁੰਦੀ ਹੈ? ਇੱਕ ਤਾਂ ਮੂੰਗਲੀ ਹੁੰਦੀ ਆ ਜਿਹੜੇ ਭਲਵਾਨ ਲੋਕ ਆ ਉਹ ਉਹਨੂੰ ਘੁਮਾਉਂਦੇ ਆ, ਉਹਦੇ ਮੋਹਰਲੇ ਪਾਸੇ ਭਾਰ ਬੰਨਿਆ ਹੁੰਦਾ, ਇੱਦਾਂ ਉਹ ਐਂ ਘੁਮਾਉਂਦੇ ਉਹਨੂੰ, ਆਪਣੇ ਸਿਰ ਉੱਤੇ ਦੀ ਇੱਦਾਂ ਘੁਮਾਉਂਦੇ ਆ, ਇੱਧਰਲੇ ਪਾਸੇ ਉਹਦੇ ਭਾਰ ਬੰਨਿਆ ਹੁੰਦਾ, ਤੇ ਉਹਨੂੰ ਇੱਦਾਂ ਹੱਥ 'ਚ ਫੜਦੇ ਆ, ਇੱਕ ਹੱਥ ਨਾਲ ਪਹਿਲਾਂ ਉਹਨੂੰ ਟਿਕਾਉਂਦੇ, ਬੈਲੈਂਸ ਬਣਾਉਂਦੇ ਆ, ਫਿਰ ਉਹਨੂੰ ਘੁਮਾਇਆ ਜਾਂਦਾ। ਇੱਕ ਉਹ ਮੂੰਗਲੀ ਹੁੰਦੀ ਆ। ਇੱਕ ਮਸਾਲੇ ਕੁੱਟਦੇ ਆ ਜਿਹਦੇ ਨਾਲ, ਮਸਾਲੇ ਕੁੱਟਦੇ ਆ, ਉਹ ਵੀ ਇੱਕ ਮੂੰਗਲੀ ਹੁੰਦੀ ਆ।
ਹਾਂਜੀ ਵਰਜਿਸ਼ ਵਾਲੀ ਹੁੰਦੀ ਹੈ। ਹਾਂਜੀ ਗਾਬਾ ਭਾਜੀ ਮੈਂ ਕਰਦਾ। ਤੇ ਇੱਕ ਮੂੰਗਲੀ ਹੁੰਦੀ ਆ ਜਿਹਨੂੰ ਆਪਾਂ ਮਸਾਲਾ ਵਗੈਰਾ ਕੁੱਟਣ ਦੇ ਕੰਮ ਵੀ ਆਉਂਦੇ ਆ। ਇੱਕ ਉਹਦੇ ਨਾਲ ਦੇ ਮਿਲਦਾ ਜੁਲਦਾ ਇੱਕ ਮਾਮ ਜੈਸਤਾ ਹੁੰਦਾ, ਮਾਮ ਜਸਤਾ ਕਹਿੰਦੇ ਉਹਨੂੰ, ਮਾਮ ਜਸਤਾ। ਉਹ ਕੀ ਹੁੰਦਾ ਪਤਾ ਕਿਸੇ ਨੂੰ? ਪੰਜਾਬੀ ਦੀ ਚੀਜ਼ ਆ ਇਹ, ਮਾਮ ਜਸਤਾ ਕਹਿੰਦੇ ਆ। ਪਰ ਉਹ ਬਹੁਤ ਸਮਾਂ ਪਹਿਲਾਂ ਪੰਜਾਬ ਦੇ ਵਿੱਚੋਂ ਗਾਇਬ ਹੋ ਗਿਆ ਥੋੜ੍ਹਾ ਜਿਹਾ, ਕਿਉਂਕਿ ਕੂੰਡਾ ਘੋਟਣਾ ਜਿਹੜਾ ਉਹ ਪੰਜਾਬ ਦੇ ਵਿੱਚ ਜ਼ਿਆਦਾ ਮਸ਼ਹੂਰ ਸੀ। ਮਾਮ ਜਸਤਾ ਇੱਕ ਪੁਰਾਣੇ ਟਾਈਮਾਂ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਆ, ਜਿਹਦਾ ਜਿਹੜੀ ਅਸੀਂ ਜਿਹੜੀ ਮੂੰਗਲੀ ਟਾਈਪ ਹੁੰਦੀ ਹੈ ਉਹਦੇ ਵਿੱਚ ਲੋਹੇ ਦਾ ਹੁੰਦਾ ਸੀ ਉਹ ਮਾਮ ਜਸਤਾ। ਜ਼ਿਆਦਾਤਰ ਉਹਨੂੰ ਸਰਬ ਲੋਹ ਦਾ ਵੀ ਕਿਹਾ ਜਾਂਦਾ ਸੀ ਪਹਿਲਾਂ। ਅਤੇ ਉਹਦੇ ਵਿੱਚ ਜਿੱਦਾਂ ਅਲਸੀ ਕੁੱਟਣੀ ਜਾਂ ਪਹਿਲੇ ਟਾਈਮਾਂ ਦੇ ਵਿੱਚ ਬੜੇਵੇਂ ਵੀ ਕੁੱਟੇ ਜਾਂਦੇ ਸੀ ਉਹਦੇ ਵਿੱਚ, ਅਤੇ ਉਹ ਲੋਹੇ ਦਾ ਹੁੰਦਾ ਸੀ। ਅਤੇ ਉਹਦੀ ਜਿਹੜੀ ਮਾਰਨ ਵਾਲੀ ਠੋਲੂ ਜਿਹਾ ਜਿਹੜਾ ਹੁੰਦਾ ਸੀ ਉਹ ਵੀ ਲੋਹੇ ਦਾ ਹੁੰਦਾ ਸੀ। ਉਹਨੂੰ ਕਹਿੰਦੇ ਸੀ ਮਾਮ ਜਸਤਾ। ਮਸਾਲਾ ਕੁੱਟਣ ਲਈ, ਹਾਂਜੀ ਬਿਲਕੁਲ ਮਸਾਲਾ ਕੁੱਟਣ ਲਈ ਵੀ ਜਿਹੜਾ ਮਾਮ ਜਸਤਾ ਵਰਤਿਆ ਜਾਂਦਾ ਸੀਗਾ। ਹਾਂਜੀ ਹਾਂਜੀ ਬਿਲਕੁਲ। ਸਾਡੇ ਆਪਣੇ ਬੜੇਵੇਂ ਵੀ ਕੁੱਟਦੇ ਹੁੰਦੇ ਸੀ ਉਹਦੇ ਨਾਲ। ਥੋੜ੍ਹਾ ਜਿਹਾ ਕਈਆਂ ਦੇ ਬੜਾ ਹੁੰਦਾ ਸੀ, ਕਈਆਂ ਦੇ ਛੋਟਾ ਹੋਣਾ, ਤਾਂ ਉਹ ਪੈਰਾਂ 'ਚ ਪੀੜ੍ਹੀ 'ਤੇ ਬੈਠ ਕੇ ਤਾਂ ਪੈਰਾਂ 'ਚ ਫੜ ਲੈਂਦੇ ਹੁੰਦੇ ਸੀ। ਅਤੇ ਫਿਰ ਉਹ ਉਹਦੇ ਨਾਲ ਜਿਹੜੀ ਉਹਦੀ ਮੂੰਗਲੀ ਜਿਹਨੂੰ ਕਹਿ ਸਕਦੇ ਹਾਂ ਆਪਾਂ, ਉਹਦੇ ਨਾਲ ਫਿਰ ਉਹ ਬੜੇਵੇਂ ਲੋਕਾਂ ਨੇ ਸਵੇਰੇ ਭੇਜ ਦੇਣੇ ਅਤੇ ਦੁਪਹਿਰ ਨੂੰ 4 ਕੁ ਵਜੇ ਕੁੱਟਣੇ। ਕਈ ਵਾਰੀ ਕੁੱਟ ਕੇ ਤਾਂ ਫਿਰ ਉਹ ਥੋੜ੍ਹਾ ਜਿਹਾ ਬਰੀਕ ਕਰਕੇ ਪਸ਼ੂਆਂ ਨੂੰ ਜਦੋਂ ਕੁੰਡ ਕਰਨੇ। ਮੈਨੂੰ ਯਾਦ ਆ ਗਿਆ, ਕੁੰਡ ਕੀ ਹੁੰਦੀ ਆ? ਕੁੰਡ, ਕੁੰਡ ਕਰਨੇ। ਕੁੰਡ ਕਰਦੇ ਹੁੰਦੇ ਸੀ ਜਦੋਂ ਪਸ਼ੂ ਸ਼ਾਮ ਦਾ ਵੇਲਾ ਹੋਣਾ, 5 ਕੁ ਵਜੇ ਪਸ਼ੂਆਂ ਨੂੰ ਪੱਠੇ ਪਾਉਣੇ, ਅਤੇ ਉਹ ਬੜੇਵੇਂ ਤਾਂ ਖਲ ਜਿਹੜੀ ਹੋਣੀ ਮਿਕਸ ਕੀਤੀ ਉਹ ਤੂੜੀ ਦੇ ਨਾਲ ਉਹਨੂੰ ਰਲਾ ਦੇਣਾ। ਉਹਨੂੰ ਕਈ ਜਗ੍ਹਾ ਕਹਿੰਦੇ ਕਤਾਵਾ ਕਰਨਾ, ਕਈ ਜਗ੍ਹਾ ਕਹਿੰਦੇ ਆ ਕੁੰਡ ਕਰਨੀ। ਹਾਂਜੀ ਤੁਹਾਡੇ ਇਲਾਕੇ ਦੇ ਵਿੱਚ ਸਨੀ ਕਰਨੀ ਕਹਿੰਦੇ ਆ। ਹਾਂਜੀ ਇਹ ਜਿਹੜਾ ਕਿਹੜਾ ਇਲਾਕਾ ਕਹੀਏ ਜੀ, ਇਹ ਮੋਗੇ ਸਾਈਡ ਦਾ, ਇਸ ਪਾਸੇ ਇਹਨੂੰ ਕਹਿੰਦੇ ਆ ਸਨੀ ਕਰਨੀ। ਸਾਡੇ ਕਹਿੰਦੇ ਆ ਕਤਾਵਾ ਕਰਨਾ ਜਾਂ ਕੁੰਡ ਕਰਨੀ ਜਾਂ ਸਨੀ ਕਰਨੀ। ਇਹ 3 ਸਟੇਟਾਂ ਜੀ ਸਾਡੇ ਪੰਜਾਬ ਦੀਆਂ, ਤਿੰਨਾਂ ਦੇ ਵੱਖਰੇ ਵੱਖਰੇ ਨਾਂ, ਅਤੇ ਇਸ ਕਰਕੇ ਇਹਨੂੰ ਕਹਿੰਦੇ ਆ ਸਨੀ ਕਰਨੀ ਵੀ ਕਹਿੰਦੇ ਆ। ਠੀਕ ਹੈ ਜੀ। ਅੱਛਾ ਇੱਕ ਹੋਰ ਦੱਸੋ, ਪੱਲੀ ਕੀ ਹੁੰਦੀ ਸੀ? ਪੱਲੀ, ਪੱਲੀ ਕੀ ਹੁੰਦੀ ਸੀ? ਅਤੇ ਪੱਲੀ ਦੇ ਕਿਹੜੇ ਕੰਮ 'ਚ ਪੱਲੀ ਆਉਂਦੀ ਸੀ? ਰਵੀ ਜੀ ਸੁਣ ਲਓ ਪੰਜਾਬ ਦੀਆਂ ਨਵੀਆਂ ਨਵੀਆਂ ਚੀਜ਼ਾਂ। ਇਹ ਪੰਜਾਬ ਦੇ ਵੱਖਰੇ ਵੱਖਰੇ ਨਾਂ ਆ, ਵੱਖਰੀਆਂ ਵੱਖਰੀਆਂ ਪੰਜਾਬ ਦੀਆਂ ਜਿਹੜੀਆਂ ਪੰਜਾਬ 3 ਭਾਗਾਂ ਦੇ ਵਿੱਚ ਹੈ ਜੀ, ਦੁਆਬਾ, ਮਾਝਾ ਅਤੇ ਮਾਲਵਾ। ਅੱਜ ਮੈਂ ਗਾਣਾ ਸੁਣਦਾ ਸੀ, ਦੁਆਬੇ ਵਾਲੇ ਮਿੱਠੇ ਬਹੁਤ ਹੁੰਦੇ ਆ, ਪਤਾ ਨਹੀਂ ਖਰਿਆ ਤਦੇ ਇੰਨੀ ਸ਼ੂਗਰ ਮੈਨੂੰ ਹੋਈ ਆ। ਅਤੇ ਜਿਹੜਾ ਇਹ ਪੱਲੀ ਕੀ ਹੁੰਦੀ ਹੈ ਜੀ? ਪੱਲੀ, ਹਾਂਜੀ ਪੱਲੀ ਕੀ ਹੁੰਦੀ ਹੈ ਜੀ? ਪੱਲੀ ਕਿਹਨੂੰ ਕਹਿੰਦੇ ਆ? ਪੱਲੀ, ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਪੱਠੇ ਚੁੱਕਣ ਦੀ, ਪੱਠੇ ਲਿਆਉਣ ਲਈ। ਪ੍ਰੀਤੋ ਜੀ ਕਹਿੰਦੇ ਪੱਠੇ ਲਿਆਉਣ ਲਈ, ਰਵੀ ਜੀ ਕਹਿੰਦੇ ਚੱਕਣ ਲਈ ਪੱਠੇ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਕੀ ਲਿਖਿਆ ਜੀ ਤੁਸੀਂ ਰੂਪੀ ਜੀ ਕੱਲ? ਹਾਂਜੀ ਬਿਲਕੁਲ ਬਿਲਕੁਲ, ਇਹਨੂੰ ਪੱਲੀ ਕਹਿੰਦੇ ਆ। ਬਿਲਕੁਲ ਬਿਲਕੁਲ ਜੀ, ਇਹੀ ਪੱਲੀ ਤੂੜੀ ਵੀ ਇਹਦੇ ਨਾਲ ਲਿਆਈ ਜਾਂਦੇ ਆ। ਅਤੇ ਇੱਕ ਚੀਜ਼ ਹੋਰ ਹੁੰਦੀ ਜੀ ਆਪਣੇ, ਜਿਵੇਂ ਇਹ ਪੱਠੇ ਲਿਆਉਣੇ ਆ, ਅਤੇ ਫਿਰ ਤੰਗੜ ਕਿਹਦੇ ਕੰਮ ਆਉਂਦਾ ਜੀ? ਤੰਗੜ, ਤੰਗੜ ਦਾ ਪਤਾ ਕੀ ਹੁੰਦਾ ਜੀ? ਤੰਗੜ, ਤੰਗੜ ਕਿਸ ਕੰਮ ਆਉਂਦਾ? ਤੰਗੜ, ਤੰਗੜ ਕਿਸ ਕੰਮ ਆਉਂਦਾ ਜੀ?
ਨਹੀਂ ਤੰਗੜ ਜੀ, ਤੰਗੜ ਤੰਗਲੀ ਹੋਰ ਹੁੰਦੀ ਆ ਰੂਪੀ ਜੀ। ਤੰਗੜ ਹੁੰਦਾ ਇੱਕ, ਤੰਗੜ। ਤੰਗੜ ਤੰਗੜ ਅਸੀਂ ਵਰਤਦੇ, ਉਹ ਵੀ ਤੂੜੀ ਦੇ ਹੁੰਦਾ ਜੀ, ਵੱਡਾ ਸਾਰਾ। ਪੱਲੀ ਤਾਂ ਬਰੀਕ ਬਰੀਕ ਸੇਬਿਆਂ ਦੀ ਇੱਕ ਬੁਣੀ ਹੋਈ ਜਿਹੜੀ ਮਸ਼ੀਨ ਨਾਲ ਜਿਹੜੀ ਹੁੰਦੀ ਆ, ਉਹਨੂੰ ਅਸੀਂ ਪੱਲੀ ਨੂੰ ਕਹਿੰਦੇ ਆ, ਜਿੱਦਾਂ ਬੋਰੀ ਹੁੰਦੀ ਆ। ਤੇ ਤੰਗੜ ਹੁੰਦਾ ਜੀ ਜਿਹੜਾ ਅਸੀਂ ਉਹ ਰੱਸੇ, ਪਤਲੇ ਪਤਲੇ ਰੱਸੀਆਂ ਦਾ ਆਪ ਬੁਣਿਆ, ਹੱਥ ਨਾਲ ਬਣਾਈ ਇੱਕ ਚੀਜ਼ ਹੁੰਦੀ ਆ, ਵੱਡਾ ਸਾਰਾ ਹੁੰਦਾ। ਉਹਦੇ ਵਿੱਚ ਕਾਫੀ ਹੱਦ ਤੱਕ ਤੂੜੀ ਆ ਜਾਂਦੀ ਆ। ਤੇ ਤੁਸੀਂ ਕਈ ਵਾਰੀ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਟਰਾਲੀ ਦੇ ਉੱਤੇ ਉਹ ਰੱਖ ਕੇ, ਨਹੀਂ ਨਹੀਂ ਜੀ, ਉਹ ਤੰਗੜੀ ਹੁੰਦੀ ਹੈ। ਮੈਂ ਤੰਗੜ ਦੀ ਗੱਲ ਕਰਦਾ ਹੁਣ, ਤੰਗੜ। ਤੇ ਉਹ ਉਹਦੇ ਵਿੱਚ ਤੂੜੀ ਕਾਫੀ ਹੱਦ ਤੱਕ ਪੈ ਜਾਂਦੀ ਆ। ਹਾਂਜੀ ਹਾਂ, ਪੰਡ ਹੁੰਦੀ ਹੈ, ਉਹਦੀ ਬੰਨਣੀ ਪੈਂਦੀ ਹੈ ਜੀ। ਉਹਦੀ ਸਪੈਸ਼ਲ ਗੱਠ ਹੁੰਦੀ ਸੀ। ਅਸੀਂ ਸਿਰ ਨਾਲ ਸਿਰ ਜੋੜ ਕੇ ਨਾ, ਜ਼ੋਰ ਨਾਲ ਖਿੱਚ ਕੇ ਸਿਰ ਨਾਲ ਸਿਰ ਜੋੜ ਕੇ ਤੇ ਆਇਸ਼ਾ ਕਹਿ ਕੇ ਉਹਨੂੰ ਬੰਨ੍ਹਦੇ ਹੁੰਦੇ ਸੀ। ਤੇ ਉਹਦੇ ਵਿੱਚ ਜੇ 4 ਪੱਲੀਆਂ ਦੀ ਤੂੜੀ ਕਹਿ ਲਈਏ ਤਾਂ ਆ ਜਾਂਦੀ ਹੈ। ਉਹ ਬਹੁਤ ਵੱਡਾ ਹੁੰਦਾ। ਤੇ ਆਮ ਜਦੋਂ ਤੁਸੀਂ ਪਿੰਡਾਂ ਵਿੱਚ ਦੇਖਿਆ ਹੋਊਗਾ, ਟਰਾਲੀ ਦੇ ਉੱਤੇ ਉਹ ਤੰਗੜ ਰੱਖੇ ਹੁੰਦੇ ਆ। ਉਹਦੇ ਵਿੱਚੋਂ ਮਤਲਬ ਇੰਨੇ ਨੇ ਉਹਦੇ ਵਿੱਚ ਛੇਕ ਹੁੰਦੇ, ਰੱਸੀਆਂ ਦੇ ਨਾਲ ਇੱਕ ਬੁਣੀ ਹੋਈ ਚੀਜ਼ ਹੁੰਦੀ ਆ, ਉਹਨੂੰ ਤੰਗੜ ਕਹਿੰਦੇ ਆ। ਹਾਂਜੀ ਬਿਲਕੁਲ ਬਿਲਕੁਲ। ਤੇ ਉਹ ਜਿਹੜੀ ਪ੍ਰੀਤੋ ਜੀ ਤੁਸੀਂ ਕਹਿੰਦੇ ਉਹ ਤੰਗਲੀ ਹੁੰਦੀ ਆ, ਤੰਗਲੀ। ਹਾਂ ਅੱਛਾ, ਤੁਹਾਡੇ ਪੱਲੜ ਕਹਿੰਦੇ ਆ, ਠੀਕ ਹੈ। ਸਾਡੇ ਤੰਗੜ ਕਹਿੰਦੇ ਜੀ ਉਹਨੂੰ। ਉਹ ਰੱਸੀਆਂ ਦੇ ਨਾਲ ਬੁਣਿਆ ਹੁੰਦਾ ਜੀ। ਠੀਕ ਆ। ਦੇਖਿਆ, ਤੁਹਾਡੇ ਭਾਸ਼ਾ ਦਾ ਫਰਕ ਪੈ ਗਿਆ ਨਾ। ਇਹਦੀ ਕਿਤੇ ਵੀ ਮੈਂ ਦੇਖਿਓ ਜੀ, ਚਾਹੇ ਸਾਰੀ ਦੁਨੀਆ 'ਚ ਜਾ ਕੇ ਦੇਖ ਲਓ, ਹਰ 36 37 40 ਕਿਲੋਮੀਟਰ ਤੋਂ ਬਾਅਦ ਭਾਸ਼ਾ ਦਾ ਫਰਕ ਪੈ ਜਾਂਦਾ। ਸਾਡੇ ਇੱਥੇ ਬੈਲਜੀਅਮ 'ਚ ਵੀ ਇਹ ਹੈਗਾ ਜੀ। ਮੈਂ ਸੋਚਦਾ ਸੀ ਇਕੱਲਾ ਸਾਡੇ ਪੰਜਾਬ ਦੇ ਵਿੱਚ ਹੀ ਹੋਣਾ, ਬਾਕੀ ਨਹੀਂ ਕਿਤੇ ਵੀ ਹੋਣਾ। ਤੇ ਹੁਣ ਜਦੋਂ ਫਿਰ ਤੁਰ ਕੇ ਦੇਖਿਆ, ਮੈਂ ਹੋਰ ਵੀ 1 2 ਕੰਟਰੀ ਦੇਖਿਆ, ਉੱਥੇ ਵੀ ਬੋਲੀ ਦਾ ਫਰਕ ਪੈ ਜਾਂਦਾ। ਹੁਣ ਅੰਗਰੇਜ਼ੀ ਅਮਰੀਕਾ ਵਾਲਿਆਂ ਦੀ ਹੋ ਰਿਹਾ ਤੇ ਇੰਗਲੈਂਡ ਵਾਲਿਆਂ ਦੀ ਹੋ ਰਿਹਾ। ਇਸ ਕਰਕੇ ਪਤਾ ਨਹੀਂ ਕਿਉਂ ਇਹ ਥੋੜ੍ਹਾ ਜਿਹਾ ਨਾ, ਹਰ ਜਗ੍ਹਾ ਬੋਲੀ ਦਾ ਫਰਕ ਪੈ ਜਾਂਦਾ। ਤੁਹਾਡੇ ਤੱਪੜ ਕਹਿੰਦੇ ਖਰਿਆ ਨਾ, ਕੀ ਕਿਹਾ ਤੁਸੀਂ, ਪੱਲੜ, ਸਾਡੇ ਕਹਿੰਦੇ ਤੰਗੜ। ਇਹ ਤੱਕੜਾ ਕੀ ਹੁੰਦਾ ਜੀ, ਤੱਕੜਾ? ਗੁਰਪ੍ਰੀਤ ਸਤਿ ਸ੍ਰੀ ਅਕਾਲ ਪੁੱਤੂ। ਤੱਕੜਾ ਪਤਾ ਨਹੀਂ ਕੀ ਹੁੰਦਾ? ਤੱਕੜਾ, ਤੱਕੜਾ ਬੈਦਨ ਕੀ ਹੁੰਦੀ ਹੈ ਜੀ? ਬੈਦਨ ਇਹ ਕੀ ਹੈ ਜੀ? ਬੈਦਨ ਇਹ ਨਹੀਂ ਪਤਾ ਜੀ। ਬੈਦਨ ਹਾਂ, ਤਾਂ ਤੱਕੜਾ ਜਿਹੜਾ ਚਰਖੇ ਦਾ ਹੁੰਦਾ ਜੀ। ਪ੍ਰੀਤੋ ਜੀ ਸਹੀ ਹੈ ਬਿਲਕੁਲ, ਇਹ ਚਰਖੇ ਦਾ ਹੁੰਦਾ ਜੀ ਤੱਕੜਾ। ਇਹ ਚਰਖੇ ਦੇ ਹੁੰਦਾ ਕਿੱਥੇ ਜੀ? ਹਾਂਜੀ ਬਿਲਕੁਲ ਰੂਪੀ ਜੀ, ਚਰਖੇ ਦੇ ਤੱਕੜਾ ਪਾਇਆ ਕਿੱਥੇ ਜਾਂਦਾ? ਹੈਂਡਲ ਕੋ ਹੁੰਦਾ, ਜਾਂ ਜਿਹੜੀ ਉਹ ਡੋਰ ਹੁੰਦੀ ਉਹਨੂੰ ਤੱਕੜਾ ਕਹਿੰਦੇ ਆ ਆਪਾਂ, ਜਾਂ ਉਹ ਗੋਲ ਚੱਕਰ ਜਿਹੜਾ ਹੁੰਦਾ ਉਹਨੂੰ ਤੱਕੜਾ ਕਹਿੰਦੇ। ਕਿੱਥੇ ਹੁੰਦਾ ਇਹ ਆਪਣੇ ਚਰਖੇ ਦੇ ਵਿੱਚ? ਪਤਾ ਕੁਛ? ਇੱਕ ਉਹ ਤਾਂ ਗੋਲ ਜਿਹਾ ਚੱਕਰ ਹੁੰਦਾ, ਉਹਦੇ ਨਾਲ ਡੰਡੀ ਹੁੰਦੀ, ਉਹ ਘੁਮਾਉਂਦੇ ਆ, ਉਹ ਹੁੰਦਾ। ਜਾਂ ਉਹ ਜਿਹੜੀ ਡੋਰ ਜੇ ਪਾਈ ਹੁੰਦੀ ਆ ਉਹਨੂੰ ਘੁਮਾਉਣ ਲਈ, ਲੋਹੇ ਦੀ ਤਾਰ ਜਿਹੀ ਨੂੰ। ਹੁੰਦਾ ਕਿੱਥੇ ਆ ਇਹ ਤੱਕੜਾ? ਕਹਿੰਦੇ ਇਹਨੂੰ ਸਿੱਧਾ ਰੱਖਣਾ ਵੀ ਬਹੁਤ ਜ਼ਰੂਰੀ, ਜੇ ਨਾ ਸਿੱਧਾ ਹੋਵੇ ਤਾਂ ਕੀ ਪ੍ਰੋਬਲਮ ਆ ਜਾਂਦੀ ਆ। ਜਿਹਦੇ ਤੇ ਤੰਦ ਪਾਉਂਦੇ ਆ, ਠੀਕ ਆ ਜੀ। ਇਹ ਤੰਦ ਕਾਹਦੇ ਬਣਦੇ ਜੀ? ਤੰਦ ਕਿਹੜੀ ਚੀਜ਼ ਦੇ ਬਣਦੇ ਆ? ਸਲੰਗ ਪੱਤਾ ਜੀ, ਇਹ ਕੀ ਹੁੰਦਾ ਜੀ? ਸਲੰਗ ਪੱਤਾ। ਇਹ ਤੰਦ ਕਾਹਦੇ ਬਣਦੇ ਜੀ? ਪੂਣੀਆਂ ਦੇ? ਤੇ ਪੂਣੀਆਂ ਕਾਹਦੀਆਂ ਬਣਦੀਆਂ ਜੀ? ਕੁਛ ਪਤਾ ਜੀ? ਤੱਕੜਾ ਤਾਂ ਉਹ ਹੋ ਗਿਆ ਜੇ ਤੇ ਪੂਣੀ ਬਣਦੀ ਆ, ਤੇ ਪੂਣੀਆਂ ਕਾਹਦੀਆਂ ਬਣਦੀਆਂ? ਹਾਂਜੀ ਹਾਂਜੀ ਬਿਲਕੁਲ ਰੂਪੀ ਜੀ, ਬਿਲਕੁਲ ਸਹੀ ਗੱਲ ਆ। ਤੇ ਜਿਹੜਾ ਇਹ ਆਪਣੇ ਪੂਣੀਆਂ ਕਾਹਦੀਆਂ ਬਣਦੀਆਂ ਜੀ? ਪੁਰਾਣੀਆਂ ਲੀਰਾਂ ਲੂਰਾਂ ਦੇੜ ਕੇ ਪੂਣੀਆਂ ਬਣਾਈਆਂ ਜਾਂਦੀਆਂ ਜੀ, ਜਾਂ ਰੂੰ ਦੀਆਂ ਹੁੰਦੀਆਂ?
ਹਾਂ ਰੂਹ ਦੀਆਂ ਹੁੰਦੀਆਂ ਜੀ, ਬਿਲਕੁਲ ਸਹੀ ਆ। ਦੇਖ ਲਓ ਰਵੀ ਜੀ, ਆ ਸਾਰੀਆਂ ਗੱਲਾਂ ਤੁਸੀਂ ਸਿੱਖੋ, ਫਿਰ ਤੁਹਾਨੂੰ ਪੰਜਾਬ ਲੈ ਕੇ ਜਾਣਾ। ਫਿਰ ਉੱਥੇ ਕੋਈ ਬੀਬੀ ਨੂੰ ਪੁੱਛੋ ਮੈਨੂੰ ਤੱਕੜਾ ਚਰਖਾ ਚਲਾਉਣਾ ਸਿਖਾ। ਹਾਂਜੀ ਬਿਲਕੁਲ ਰੂਹ ਦੀਆਂ, ਬਿਲਕੁਲ ਪ੍ਰੀਤੋ ਜੀ ਸਹੀ ਗੱਲ ਆ। ਮੈਂ ਰਵੀ ਜੀ ਉਹਨਾਂ ਨੂੰ ਕਹਿੰਦਾ, ਮੈਂ ਕਿਹਾ ਤੁਸੀਂ ਵੀ ਆ ਸਾਰੀਆਂ ਚੀਜ਼ਾਂ ਸਿੱਖੋ ਜੇ ਪੰਜਾਬ 'ਚ ਜਾਣਾ ਘੁੰਮਣ ਫਿਰਨਾ, ਨਹੀਂ ਤਾਂ ਉੱਥੇ ਤੁਸੀਂ ਦੇਖਦੇ ਰਹਿਣਾ ਪਿਆ ਕੀ ਚੀਜ਼ ਆ। ਇਸ ਕਰਕੇ ਇਹ ਵੀ ਚੀਜ਼ਾਂ ਸਾਰੀਆਂ ਸਿੱਖੋ। ਹੈਂ ਅੱਛਾ, ਗੋਟੇ ਕੀ ਹੁੰਦੇ ਜੀ? ਗੋਟੇ, ਗੋਟੇ, ਗੋਟੇ ਕਿਹਨੂੰ ਕਹਿੰਦੇ ਆ ਜੀ ਆਪਣੇ ਪੰਜਾਬ ਦੇ ਵਿੱਚ? ਗੋਟੇ ਹੋ ਸਕਦਾ ਸਾਡੇ ਤਾਂ ਦੁਆਬੇ 'ਚ ਗੋਟੇ ਕਹਿੰਦੇ ਆ, ਮਾਲਵੇ ਤੇ ਮਾਝੇ 'ਚ ਕੁਝ ਹੋਰ ਵੀ ਕਹਿੰਦੇ ਹੋਣ। ਹਾਂਜੀ ਸਹੀ ਗੱਲ ਹੈ ਰਵੀ ਜੀ। ਗੋਟੇ ਕੀ ਹੁੰਦੇ ਜੀ? ਗੋਟੇ ਪਿਛਲੇ ਹਫਤੇ ਹਰਮਨ ਕਹਿੰਦੀ ਸੀ, ਰਵੀ ਜੀ ਤੁਸੀਂ ਆਏ ਨਹੀਂ ਪਿਛਲੇ ਹਫਤੇ, ਹਰਮਨ ਕਹਿੰਦੀ ਸੀ ਇਹ ਜਿਹੜੀ ਆ ਕਲਾਸ ਹੈ ਇਹਦੇ ਵਿੱਚ ਬੱਚਿਆਂ ਨੂੰ ਵੀ ਬਿਠਾਉਣਾ ਚਾਹੀਦਾ, ਤੇ ਬੱਚਿਆਂ ਨੂੰ ਤਾਂ ਕੀ ਅੱਜ ਉਹ ਆਪ ਵੀ ਨਹੀਂ ਆਈ। ਦੇਖ ਲਓ, ਜੇ ਹਰਮਨ ਸੁਣਦੀ ਹੋਵੇ ਨਾ ਮੇਰਾ ਇਹ ਭਾਸ਼ਣ, ਤੇ ਹਰਮਨ ਨੂੰ ਚਾਹੀਦਾ ਆਵੇ। ਅਜੇ ਤੱਕ ਮੈਂ ਦੇਖਿਆ ਨਹੀਂ ਹਰਮਨ ਦਾ ਨਾਮ। ਗੋਟੇ ਕੀ ਹੁੰਦੇ ਜੀ? ਗੋਟੇ ਪਤਾ ਜੀ ਕੀ ਹੁੰਦਾ ਗੋਟੇ? ਹਾਂ ਆ ਤੁਸੀਂ ਰੂਪੀ ਜੀ ਕੀ ਲਿਖਿਆ, ਕੱਟ ਕੇ ਜੋ ਇਕੱਠੇ ਹੁੰਦੇ ਉਹ ਗੋਟੇ ਨਹੀਂ ਜੀ ਹੁੰਦੇ, ਪਾਥੀਆਂ ਜਿਹੜੀਆਂ ਜਿਨ੍ਹਾਂ ਨੂੰ ਆਪਾਂ ਤੋੜ ਲੈਂਦੇ ਆ ਨਾ। ਬਲਵਿੰਦਰ ਕੌਰ ਜੀ ਉਹਨਾਂ ਨੇ ਸਹੀ ਲਿਖਿਆ ਇਹਦਾ ਨਾਂ। ਇਹ ਜਿਹੜੀਆਂ ਪਾਥੀਆਂ ਹੁੰਦੀਆਂ ਨਾ, ਉਹ ਗਲੋਟੇ ਹੋਰ ਹੁੰਦੇ ਆ ਜੀ। ਗਲੋਟੇ ਜਿਹੜੇ ਤੁਸੀਂ ਲਿਖਦੇ ਹੋ ਉਹ ਹੁੰਦੇ ਆ ਹੋਰ। ਮੈਂ ਗੋਟੇ ਪੁੱਛਿਆ ਸੀ ਜੀ, ਗੋਟੇ। ਇਹ ਆ ਬਲਵਿੰਦਰ ਕੌਰ ਹੁਣ ਜੀ ਜਦੋਂ ਪਾਥੀਆਂ ਪੱਥ ਲੈਂਦੇ ਆ ਨਾ ਜੀ, ਪਾਥੀਆਂ ਪੱਥ ਲੈਂਦੇ ਫਿਰ ਉਹ ਤੋੜ ਲਈਦੀਆਂ, ਉਹਨਾਂ ਨੂੰ ਗੋਟੇ ਕਹਿੰਦੇ ਆ ਜੀ ਆਪਣੇ ਪੰਜਾਬ ਦੇ ਵਿੱਚ। ਗੋਟਿਆਂ ਗੋਟੇ ਲਾਏ ਆ, ਕਈ ਜਗ੍ਹਾ ਕਹਿੰਦੇ ਪਾਥੀਆਂ ਵਾਲੀਆਂ, ਕਈ ਜਗ੍ਹਾ ਗੋਟੇ ਲਾ ਕੇ। ਉਹ ਅਸੀਂ, ਮੈਨੂੰ ਚੇਤਾ ਨਾ ਸਾਡੇ ਮੰਮੀ ਜਦੋਂ ਬਿਮਾਰ ਬਮੂਰ ਹੋ ਜਾਣੇ ਸੀ, ਭੈਣ ਸਾਡੀ ਹੈ ਨਹੀਂ ਸੀ ਤੇ ਉਹ ਤੋੜ ਕੇ ਨਾ ਇੱਕ ਇੱਦਾਂ ਅੱਧਾ ਰੱਖਣਾ, ਇੱਕ ਇੱਦਾਂ ਅੱਧਾ ਰੱਖਣਾ, ਇੱਕ ਉਹਦੇ ਉੱਤੇ ਇੱਦਾਂ ਰੱਖ ਦੇਣਾ, ਤੇ ਫਿਰ ਉਹ ਥੱਲੇ ਅੱਗ ਬਾਲ ਦੇਣੀ, ਤੇ ਫਿਰ ਉਹ ਅੱਗ ਪੈ ਜਾਣੀ। ਤੇ ਉਹ ਫਿਰ ਜਦੋਂ ਟੁੱਟੇ ਹੁੰਦੇ ਫਿਰ ਮਾਤਾ ਸਾਡੀ ਨੇ ਮੰਜੇ ਤੇ ਪਰੇ ਬੈਠੀ ਤੇ ਕਹਿਣਾ, ਕਾਕਾ ਗੋਟੇ ਦੋ ਹੋਰ ਵਿੱਚ ਪਾ, ਇਹ ਅੱਗ ਥੋੜੀ ਆ। ਉਹਨੂੰ ਕਹਿੰਦੇ ਅਸੀਂ ਗੋਟੇ ਜੀ। ਗਲੋਟੇ ਜਿਹੜੇ ਹੁੰਦੇ ਆ ਜੀ ਉਹ ਹੁੰਦੇ ਰੂੰ ਦੇ। ਜਦੋਂ ਅਸੀਂ ਚਰਖਾ ਕੱਤਦੇ ਆ ਤੇ ਉਸ ਵੇਲੇ ਉਹ ਗਲੋਟਾ ਜਿਹੜਾ ਹੁੰਦਾ ਉਹ ਤੱਕਲੇ ਵੱਲ ਦੇ ਪਾਸੇ ਇੱਦਾਂ ਲਾਉਂਦੇ ਆ, ਤੇ ਉਹ ਜਦੋਂ ਉੱਤੇ ਚੜ੍ਹਦਾ ਰਹਿੰਦਾ ਉਹਨੂੰ ਮੇਰੇ ਖਿਆਲ ਕਹਿੰਦੇ ਆਪਾਂ ਕੀ, ਪੂਣੀ। ਜਿਹੜਾ ਉਹ ਧਾਗਾ ਬਣਦਾ ਰਹਿੰਦਾ, ਉਹ ਜਿਹੜਾ ਹੱਥ 'ਚ ਰੂੰ ਹੁੰਦਾ ਉਹਨੂੰ ਆਪਾਂ ਗਲੋਟਾ ਕਹਿੰਦੇ ਆ। ਠੀਕ ਹੈ, ਇੱਦਾਂ ਆ ਜੀ ਬਿਲਕੁਲ। ਹਾਂਜੀ ਗੋਹੇ ਦੇ ਬਣਦੇ ਆ ਉਹ। ਹਾਂਜੀ ਅੱਛਾ ਇੱਕ ਚੀਜ਼ ਹੋਰ ਦੱਸੋ, ਕੋਲ ਨਹੀਂ ਜੀ, ਕੋਲ ਨਹੀਂ, ਨਹੀਂ ਨਹੀਂ ਨਹੀਂ, ਉਹ ਇਹ ਗੋਹਾ ਜਿਹੜਾ ਹੁੰਦਾ ਜੀ, ਜਿਹਨੂੰ ਆਪਾਂ ਹੁਣ ਮੈਂ ਕਿਹੜੀ ਭਾਸ਼ਾ 'ਚ ਤੁਹਾਨੂੰ ਦੱਸਾਂ ਗੋਹਾ ਹੁੰਦਾ ਕਿੱਥੋਂ ਆ ਜੀ? ਰਵੀ ਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ ਬਾਜਵਾ ਜੀ, ਸਤਿ ਸ਼੍ਰੀ ਅਕਾਲ। ਜਿਹੜਾ ਗੋਹਾ ਪਤਾ ਜੀ ਰਵੀ ਜੀ ਕੀ ਹੁੰਦਾ? ਗੋਹਾ, ਗੋਹਾ ਹੁਣ ਮੈਂ ਉਹ ਨਹੀਂ ਨਾਂ ਨਹੀਂ ਲੈ ਸਕਦਾ ਜੀ। ਉਹ ਤੰਦ ਹੁੰਦਾ ਜੀ ਜਿਹੜਾ, ਬਿਲਕੁਲ ਉਹ ਵੀ ਸਹੀ ਗੱਲ ਤੁਹਾਡੀ, ਜਿਹੜਾ ਡੋਰੀਏ ਚੱਲਦੇ ਉਹਨੂੰ ਕਹਿੰਦੇ ਤੰਦ। ਆਪਣੇ ਚੀਜ਼ਾਂ ਦੇ ਜਿਹੜੇ ਗਾਣੇ ਬੜੇ ਆ ਜੀ ਪੰਜਾਬੀ, ਜਿਹੜੇ ਪੁਰਾਣੇ ਕਲਚਰ ਦੇ, ਅੱਜ ਕੱਲ੍ਹ ਵਾਲੇ ਨਹੀਂ। ਅੱਜ ਕੱਲ੍ਹ ਵਾਲੇ ਤਾਂ ਜ਼ਿਆਦਾਤਰ ਬੰਦੂਕ ਤੋਂ ਸ਼ੁਰੂ ਹੁੰਦੇ ਆ ਤੇ ਮਰਨ ਤੱਕ ਗਾਣਾ ਮੁੱਕ ਜਾਂਦਾ। ਪੁਰਾਣੇ ਟਾਈਮਾਂ ਦੇ ਵਿੱਚ ਜਿਹੜੇ ਗਾਣੇ ਸੀ ਉਹ ਹੁੰਦੇ ਸੀ ਇੱਦਾਂ ਦੇ, ਤੰਦ ਪਾਵਾਂ ਜਾਂ ਮੈਂ ਚਰਖਾ ਕੱਤਾਂ ਵਿਹੜੇ 'ਚ, ਜੇ ਉਹ ਇੱਦਾਂ ਦੇ ਗਾਣੇ ਹੁੰਦੇ ਸੀ, ਜਿਹੜੇ ਗਾਣੇ ਪਿਆਰੇ ਹੁੰਦੇ ਸੀ, ਜਿਨ੍ਹਾਂ ਨੂੰ ਸੁਣ ਕੇ ਘਰ ਦੇ ਵਿੱਚ ਰੌਣਕ ਲੱਗਦੀ ਸੀ। ਅੱਜ ਕੱਲ੍ਹ ਦੇ ਤਾਂ ਗਾਣਾ ਜਦੋਂ ਸੁਣੀਦਾ ਤੇ ਉਹ ਕਈ ਵਾਰੀ ਇੱਦਾਂ ਲੱਗਦਾ ਵੀ ਉਹ ਕਿਤੇ ਗੋਲੀ ਸਾਡੇ ਹੀ ਨਾ ਕੱਢ ਕੇ ਮਾਰ ਦੇਵੇ। ਤਾਂ ਗਾਣਾ ਸ਼ੁਰੂ ਅੱਜ ਕੱਲ੍ਹ ਜਿਹੜਾ ਗੋਲੀ ਬੰਦੂਕ ਤੋਂ ਸ਼ੁਰੂ ਹੁੰਦਾ ਤੇ ਮਰਨ ਦੇ ਜਾ ਕੇ ਐਂਡ ਹੁੰਦਾ ਉਹਦਾ। ਤੇ ਪੁਰਾਣੇ ਟਾਈਮ 'ਚ ਗਾਣੇ ਨਹੀਂ ਸੀ ਇੱਦਾਂ ਦੇ ਹੁੰਦੇ। ਉਹ ਸਾਰੀਆਂ ਚੀਜ਼ਾਂ ਨੂੰ ਉਸ ਵੇਲੇ ਕਾਊਂਟ ਕੀਤਾ ਜਾਂਦਾ ਸੀ, ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਗਾਣਾ ਲਿਖਿਆ ਜਾਂਦਾ ਸੀ, ਜਿਹਦੇ ਵਿੱਚ ਪੁਰਾਣੇ ਕਲਚਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ। ਗੋਬਰ ਜਿੱਦਾਂ ਹੁਣ ਇਹਨਾਂ ਨੇ ਕਿਹਾ, ਪਰ ਬਲਵਿੰਦਰ ਜੀ ਮੈਨੂੰ ਨਹੀਂ ਸ਼ੱਕ, ਮੈਨੂੰ ਸ਼ੱਕ ਪੈਂਦੀ ਹੈ। ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਕੌਰ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਇਹ ਮੇਰੇ ਖਿਆਲ ਜਿਹੜਾ ਗੋਬਰ ਆ ਉਹ ਵੀ ਇਹਨਾਂ ਨੂੰ ਮੇਰੇ ਖਿਆਲ ਰਵੀ ਉਹਨਾਂ ਨੂੰ ਨਾਮ ਨਹੀਂ ਪਤਾ ਹੋਣਾ ਜੀ।
ਕਿਉਂਕਿ ਜਿਹੜਾ ਇਹ ਵੀ ਆਪਣੇ ਪੰਜਾਬ ਦੇ ਵਿੱਚ ਕੁਛ ਏਰੀਏ ਦੇ ਵਿੱਚ ਨਾਮ ਲੈਂਦੇ, ਪਰ ਇਹ ਇੰਗਲੈਂਡ ਵਾਲੇ ਆ, ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਹਜੇ ਨਹੀਂ ਇਹਨਾਂ ਮੇਰੇ ਖਿਆਲ ਗਿਆਨ। ਤੇ ਇਹਨਾਂ ਨੂੰ ਇੰਡੀਆ ਲਿਜਾਣਾ ਪੈਣਾ ਜੀ, ਫਿਰ ਉੱਥੇ ਲਿਜਾ ਕੇ ਇੱਕ ਵਾਰੀ ਪਿੰਡਾਂ ਦੀ ਬਹਾਰ ਦਿਖਾਉਣੀ ਪੈਣੀ ਆ, ਰਸ ਵਾਲਾ ਬੇਲਣਾ ਚੱਲਦਾ ਦਿਖਾ ਕੇ ਉਹਦੀ ਇਹਨਾਂ ਨੂੰ ਰਸ ਪਿਲਾਉਣੀ ਪੈਣੀ, ਫਿਰ ਇਹਨਾਂ ਨੂੰ ਪਤਾ ਲੱਗਣਾ ਪੰਜਾਬ ਦਾ ਅਸਲੀ ਕਲਚਰ ਕੀ ਆ। ਅਜੇ ਤਾਂ ਨਾਂ ਹੀ ਸੁਣਦੇ ਆ ਜੀ ਇਹ। ਤੇ ਛਿੱਦੀ ਕੀ ਹੁੰਦੀ ਹੈ ਜੀ? ਛਿੱਦੀ, ਛਿੱਦੀ ਕਿਹਨੂੰ ਕਹਿੰਦੇ ਆ, ਕਾਹਦੇ ਨਾਲ ਬਣਾਈ ਜਾਂਦੀ ਆ ਤੇ ਕਿਉਂ ਖਾਈ ਜਾਂਦੀ ਆ? ਪਤਾ ਜੀ ਕੁਛ ਛਿੱਦੀ ਬਾਰੇ? ਛਿੱਦੀ ਕੀ ਹੁੰਦੀ? ਛਿੱਦੀ ਬੜਾ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਚੀਜ਼ ਹੈ ਜੀ ਇਹ। ਜਿੱਦਾਂ ਪੰਜਾਬ ਦੇ ਵਿੱਚ ਘਰੋੜੀ ਦਾ ਨਾਮ ਮਸ਼ਹੂਰ ਹੈ ਨਾ, ਇੱਦਾਂ ਹੀ ਛਿੱਦੀ ਦਾ ਵੀ ਮਸ਼ਹੂਰ ਆ, ਪਰ ਇਹ ਯੂਰਪ 'ਚ ਨਹੀਂ ਕਿਤੇ ਵੀ ਲੱਭਦੀ ਜੀ। ਬਹੁਤ ਕੋਸ਼ਿਸ਼ ਮੈਂ ਕੀਤੀ, ਅਖਬਾਰ ਦੇ ਵਿੱਚ ਵੀ ਲਿਖਵਾਇਆ, ਉਹ ਕੁਛ ਨਹੀਂ ਰਵੀ ਜੀ ਚੱਲਦਾ ਹੈ, ਤੁਹਾਨੂੰ ਲੈ ਕੇ ਜਾਵਾਂਗੇ ਫਿਰ ਸਭ ਕੁਝ ਪਤਾ ਲੱਗ ਜਾਣਾ। ਤੇ ਮੈਂ ਇੱਥੇ ਯੂਰਪ ਦੇ ਵਿੱਚ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਜੀ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਛਿੱਦੀ ਹੁੰਦੀ ਆ ਜੀ। ਹਾਂਜੀ 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 ਬਿਲਕੁਲ ਜੀ ਪਰਵਿੰਦਰ ਭੈਣ ਜੀ, ਬਿਲਕੁਲ ਸਹੀ ਗੱਲ ਆ। ਜਦੋਂ ਨਾ ਪੁਰਾਣੇ ਟਾਈਮ ਦੇ ਵਿੱਚ ਸਾਡੀਆਂ ਮਾਤਾਵਾਂ, ਸਾਡੀਆਂ ਦਾਦੀਆਂ, ਸਾਡੀਆਂ ਨਾਨੀਆਂ ਦੁੱਧ ਨੂੰ ਸਵੇਰੇ ਚੋ ਕੇ ਇੱਕ ਦਧੂਨੇ ਦੇ ਵਿੱਚ ਪਾ ਕੇ ਕਾੜਨਾ ਰੱਖ ਦਿੰਦੀਆਂ ਨੇ, ਉਹਨੂੰ ਕਾੜਨਾ ਕਹਿੰਦੇ ਹੁੰਦੇ ਸੀ। ਕਈਆਂ ਦੇ ਘਰ ਮਿੱਟੀ ਦਾ ਹੁੰਦਾ ਸੀ ਬਣਿਆ, ਜਿੱਦਾਂ ਭੜੋਲਾ ਜਿਹਾ ਬਣੇ ਟਾਈਪ ਦਾ, ਕਈਆਂ ਨੇ ਕੰਧ ਦੇ ਵਿੱਚ ਉਹ ਬਣਾਇਆ ਹੁੰਦਾ ਸੀ, ਉਹਦੇ ਵਿੱਚ ਉਹ ਦੁੱਧ ਰੱਖ ਦੇਣਾ ਪਾਥੀਆਂ ਲਾ ਕੇ, ਤੇ ਉਹ ਸਾਰਾ ਦਿਨ ਦੁੱਧ ਨੇ ਕੱਢਣਾ, ਤੇ ਸ਼ਾਮ ਨੂੰ ਉਹ ਦੁੱਧ ਦਾ ਰੰਗ ਪੀਲਾ ਹੋ ਜਾਣਾ। ਪੀਲਾ, ਥੋੜਾ ਜਿਹਾ ਪੀਲਾ ਨਹੀਂ ਕਹਿ ਸਕਦੇ ਆਪਾਂ, ਥੋੜਾ ਜਿਹਾ ਸਮਝ ਲਓ ਜਾਂ ਕਲਰ ਲੈ ਲਓ, ਥੋੜਾ ਜਿਹਾ ਲਾਲੀ ਜਿਹੇ ਚ ਆ ਜਾਣਾ। ਹੁਣ ਪੀਲਾ ਤਾਂ ਗਲਤ ਹੈ, ਪੀਲਾ ਤਾਂ ਸਰੋਂ ਦਾ ਫੁੱਲ ਹੁੰਦਾ, ਤੇ ਉਹ ਥੋੜਾ ਜਿਹਾ ਲਾਲੀ ਟਾਈਪ ਦੇ ਵਿੱਚ ਆ ਜਾਣਾ। ਤੇ ਫਿਰ ਉਹਨੂੰ ਰਾਤ ਨੂੰ ਮਾਤਾਵਾਂ ਨੇ ਜਾਗ ਲਾ ਦੇਣਾ। ਜਾਗ ਕਹਿੰਦੇ ਆ ਆਪਾਂ ਜਿਹੜਾ ਪੁਰਾਣੇ ਦਿਨ ਦਾ, ਪੁਰਾਣੇ ਕੱਲ ਦਾ ਜਿਹੜਾ ਦਹੀਂ ਬਚਿਆ ਆ, ਉਹ ਦਹੀਂ ਦਾ 1 ਚਮਚ ਉਹਦੇ ਵਿੱਚ ਜਿਹੜੀ ਚਾਟੀ ਹੋਣੀ ਉਹਦੇ ਵਿੱਚ ਪਾ ਦੇਣਾ। ਫਿਰ ਉਹਨੂੰ ਰੱਖ ਦੇਣਾ ਰਾਤ ਨੂੰ, ਪੂਰੀ ਰਾਤ ਪਿਆ ਰਹਿਣਾ। ਸਵੇਰੇ ਉਹਦਾ ਦਹੀਂ ਬਣ ਜਾਣਾ। ਜਿੰਨਾ ਦਹੀਂ ਚਾਹੀਦਾ ਉਹ ਦਹੀਂ ਕੱਢ ਲੈਣਾ। ਤਾਂ ਬਾਕੀ ਦੇ ਵਿੱਚ ਸਾਡੀਆਂ ਦਾਦੀਆਂ ਨੇ 4 ਵਜੇ ਉੱਠ ਕੇ, ਹੁਣ 4 ਵਜੇ ਉੱਠਣ ਵਾਲਾ ਜ਼ਮਾਨਾ ਨਹੀਂ ਹੈਗਾ ਜੀ, ਕਿਉਂਕਿ ਹੁਣ ਮੋਬਾਈਲ ਬਹੁਤ ਕੰਮ ਕਰ ਦਿੰਦਾ, ਤੇ 4 ਵਜੇ ਸਾਡੀਆਂ ਦਾਦੀਆਂ ਨੇ ਉੱਠ ਕੇ ਉਹਨੂੰ ਰਿੜਕਣਾ। ਉਧਰ ਦੂਸਰੇ ਪਾਸੇ ਗਿਆਨੀ ਨੇ, ਪਿੰਡ ਦੇ ਗ੍ਰੰਥੀ ਸਿੰਘ ਨੇ ਪਾਠ ਕਰਨਾ ਸ਼ੁਰੂ ਕਰ ਦੇਣਾ। ਤੇ ਉਧਰ ਜਿਹੜੇ ਕਿਸਾਨ ਭਰਾ ਹੋਣੇ, ਉਹਨਾਂ ਦੀਆਂ ਬਲਦਾਂ ਦੀਆਂ ਟੱਲੀਆਂ ਖੜਕਣੀਆਂ ਸ਼ੁਰੂ ਹੋ ਜਾਣੀਆਂ। ਤੇ ਇੱਧਰਲੇ ਪਾਸੇ ਸਾਡੀਆਂ ਦਾਦੀਆਂ, ਮਾਤਾਵਾਂ ਨੇ, ਸਾਡੀਆਂ ਨਾਨੀਆਂ ਨੇ ਦੁੱਧ ਰਿੜਕਣਾ ਸ਼ੁਰੂ ਕਰ ਦੇਣਾ। ਤੇ ਉਧਰ ਪਾਠ ਸਮਾਪਤ ਹੋਣ ਵਾਲਾ ਹੋਣਾ। ਉਧਰ ਕਿਸਾਨ ਨੇ ਆਪਣੇ ਬਲਦ ਲੈ ਕੇ ਖੇਤ 'ਚ ਪਹੁੰਚ ਜਾਣਾ, ਤੇ ਉਧਰ ਮੱਖਣ ਆ ਜਾਣਾ ਚਾਟੀ ਦੇ ਵਿੱਚ। ਤੇ ਉਹ ਮਾਤਾਵਾਂ ਨੇ, ਸਾਡੀਆਂ ਨੇ ਮੱਖਣ ਕੱਢ ਕੇ ਡੂੰਘ 'ਚ ਪਾ ਲੈਣਾ, ਤੇ ਉਹ ਲੱਸੀ ਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾ ਦੇਣਾ। ਤੇ ਉਹ ਲੱਸੀ ਦਾ ਇਹ ਹਾਲਾਤ ਹੁੰਦੇ ਸੀ ਵੀ ਉਹ ਆਂਢ ਗੁਆਂਢ ਮਹੱਲਾ ਸਾਰਾ, ਜਿਹੜੇ ਪਿੰਡ ਦੇ ਲੋਕ ਹੋਣੇ, ਉਹਨਾਂ ਦੇ ਘਰਾਂ ਦੇ ਵਿੱਚ ਉਹ ਲੱਸੀ ਆਂਢ ਗੁਆਂਢ ਜਾਣੀ। ਸਾਡੇ ਤਾਂ ਇੱਦਾਂ ਵੀ ਚੱਲਦਾ ਰਿਹਾ ਵੀ ਜਦੋਂ ਸਾਡੇ ਘਰ ਮੱਝ ਨੇ ਦੁੱਧ ਦੇਣੋਂ ਹਟ ਜਾਣਾ, ਤਾਂ ਗੁਆਂਢੀਆਂ ਦੀ ਨੇ ਮੱਝ ਨੇ ਦੁੱਧ ਦੇਣ ਲੱਗ ਪੈਣਾ, ਉਹਨਾਂ ਦੇ ਅਸੀਂ ਦੁੱਧ ਲਈ ਜਾਣਾ। ਜਦੋਂ ਉਹਨਾਂ ਦੀ ਹਟ ਗਏ, ਸਾਡੇ ਦੁੱਧ ਉੱਧਰ ਜਾਣ ਲੱਗ ਪੈਣਾ। ਇੱਦਾਂ ਹੀ ਲੱਸੀ ਹੁੰਦੀ ਸੀ, ਹੈ ਨਾ। ਕਈ ਉਹ ਸਮੇਂ ਉਹ ਇੱਦਾਂ ਦੇ ਸੀ ਵੀ ਦੁਪਹਿਰ ਨੂੰ ਜੇ ਲੱਸੀ ਨਾ ਜਾਂ ਸਵੇਰੇ ਨਾ ਪੀਣੀ, ਤਾਂ ਇੱਦਾਂ ਲੱਗਦਾ ਹੁੰਦਾ ਸੀ ਜਿੱਦਾਂ ਕੁਛ ਖਾਧਾ ਹੀ ਨਹੀਂ। ਤੇ ਉਹ ਲੱਸੀ ਦੇ ਉੱਤੇ ਇੱਕ ਜਿਹੜੀ ਚੀਜ਼ ਆਉਂਦੀ ਆ, ਉਹ ਥੋੜਾ ਜਿਹਾ ਦਾਣੇ ਜਿਹਾ ਬਣ ਜਾਂਦੇ ਆ, ਜਾਂ ਕਹਿ ਲਓ ਛਿੱਲੜ ਜਿਹਾ ਬਣ ਜਾਂਦੇ ਆ, ਜਿੱਦਾਂ ਕੋਈ ਚੀਜ਼ ਨੂੰ ਖੁਰਚਿਆ ਹੁੰਦਾ, ਉਹਨੂੰ ਅਸੀਂ ਛਿੱਦੀ ਕਹਿੰਦੇ ਆ, ਛਿੱਦੀ। ਤੇ ਉਹ ਬਹੁਤੇ ਤਾਂ ਖਾ ਲੈਂਦੇ ਆ, ਬਹੁਤੇ ਨਹੀਂ ਖਾਂਦੇ, ਉਹ ਫਿਰ ਪੁਣ ਲੈਂਦੇ ਲੱਸੀ ਨੂੰ। ਤੇ ਪੰਜਾਬ ਦੀ ਇੱਕ ਕਹਾਵਤ ਹੈ ਵੀ ਲੱਸੀ ਅਤੇ ਲੜਾਈ ਜਿੰਨੀ ਮਰਜ਼ੀ ਵਧਾਈ ਜਾਓ, ਉਹ ਲੱਸੀ 'ਚ ਵੀ ਪਾਣੀ ਪਾਈ ਜਾਓ, ਦੁੱਧ 'ਚ ਪਾਣੀ ਪਾਓ, ਦੁੱਧ ਪਤਲਾ ਹੋਣ ਲੱਗ ਪੈਂਦਾ, ਹੌਲੀ 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 ਪਤਾ ਲੱਗਣ ਲੱਗ ਪੈਂਦਾ ਵੀ ਹੁਣ ਇਹ ਕੱਚੀ ਲੱਸੀ ਬਣ ਗਈ ਆ, ਜ਼ਿਆਦਾ ਨਹੀਂ ਪੈਂਦਾ। ਪਰ ਲੱਸੀ ਜਿੰਨੀ ਮਰਜ਼ੀ ਵਧਾ ਲਓ, ਇਹਦੇ ਵਿੱਚ ਪਾਣੀ, ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ। ਪੰਜਾਬ ਦੀਆਂ ਕਹਾਵਤਾਂ ਦੇ ਵਿੱਚ ਇਹ ਆਮ ਗੱਲ ਮੰਨੀ ਗਈ ਆ ਵੀ ਜਿੰਨਾ ਚਾਹੋ ਤੁਸੀਂ ਇਹਨੂੰ ਵਧਾ ਸਕਦੇ ਆ। ਇਹ ਲੱਸੀ ਦੀ ਇੱਕ ਖੂਬੀ ਸੀ। ਉਹਦੇ ਵਿੱਚੋਂ ਜਿਹੜੀ ਨਿਕਲਣ ਵਾਲੇ ਉਹ ਛੋਟੇ ਛੋਟੇ ਛਿਲਕੇ ਜਿਹੇ ਆ, ਉਹਨੂੰ ਛਿੱਦੀ ਕਹਿੰਦੇ ਹੁੰਦੇ ਸੀ। ਕਈ ਵਾਰੀ ਤਾਂ ਉਹ ਪੀ ਲੈਣੀ, ਤੇ ਜਦੋਂ ਗਾੜੀ ਲੱਸੀ ਆਉਣੀ, ਫਿਰ ਆ ਮੁੱਛਾਂ ਖੜੀਆਂ ਕਰਨ ਦੀ ਲੋੜ, ਫਿਰ ਲੱਸੀ ਦੇ ਨਾਲ ਹੀ ਮੁੱਛਾਂ ਬਣ ਜਾਂਦੀਆਂ ਹੁੰਦੀਆਂ ਸੀ। ਇੰਨਾ ਉਹ ਸਵੇਰ ਦਾ ਟੇਸਟ ਹੁੰਦਾ ਸੀ। ਤੇ ਚਾਹ ਦਾ ਨਿਸ਼ਾਨ ਵੀ ਨਹੀਂ ਸੀ ਜ਼ਿਆਦਾ ਹੁੰਦਾ। ਨਿਸ਼ਾਨ ਕੀ ਕਹੀਏ ਵੀ ਚਾਹ, ਹੁਣ ਜੇ ਦਿਹਾੜੀ 'ਚ 18 ਕੱਪ ਚਾਹ ਦੇ ਨਹੀਂ ਪੀਦੇ ਤੇ ਥੋੜਾ ਜਿਹਾ ਅਜੀਬ ਲੱਗਦਾ। ਬਲਵਿੰਦਰ ਗੋਤਰਾ ਜੀ ਸਤਿ ਸ੍ਰੀ ਅਕਾਲ ਜੀ। ਤੇ ਉਹ ਜਿਹੜੀ ਲੱਸੀ ਸੀ ਜੀ, ਉਹਦਾ ਨਜ਼ਾਰਾ ਵੱਖਰਾ ਸੀ। ਹੁਣ ਇੱਥੇ ਲੱਸੀ ਬਣਾ ਕੇ ਦੇਖੀ ਦੀ ਆ,
ਦਿਲ ਤਾਂ ਹੋ ਜਾਂਦਾ ਵੀ ਲੱਸੀ ਪੀਤੀ ਆ, ਪਰ ਉਹ ਲੱਸੀ ਨਾਲ ਦੀ ਜਾਨ ਨਹੀਂ ਸੀ। ਉਹ ਲੱਸੀ ਅੱਜ ਦੇ ਦੁੱਧ ਨਾਲੋਂ 100 ਗੁਣਾ ਚੰਗੀ ਸੀ। ਤੇ ਔਰ ਉਧਰੋਂ ਫਿਰ 11-10 ਕੁ ਵਜੇ ਦਾ ਟਾਈਮ ਹੋਣਾ, ਜਦੋਂ ਜਨਾਨੀਆਂ ਨੇ, ਬਜ਼ੁਰਗ ਮਾਤਾਵਾਂ ਨੇ ਜਾਂ ਸ਼ਾਹ ਵੇਲਾ ਲੈ ਕੇ ਜਾਣਾ। ਸ਼ਾਹ ਵੇਲਾ ਪਤਾ ਜੀ ਕੀ ਹੁੰਦਾ? ਲੈ ਕੁਦਰਤੀ ਇੱਕ ਹੋਰ ਚੀਜ਼ ਸਾਹਮਣੇ ਆ ਗਈ। ਸ਼ਾਹ ਵੇਲਾ ਕੀ ਹੁੰਦਾ ਜੀ? ਸ਼ਾਹ ਵੇਲਾ ਕਿਹਨੂੰ ਕਹਿੰਦੇ ਆ ਆਪਣੇ ਪੰਜਾਬ ਦੇ ਵਿੱਚ? ਸ਼ਾਹ ਵੇਲਾ ਹੁੰਦਾ ਕਿੰਨੇ ਵਜੇ ਤੱਕ ਆ? ਦੱਸੋ ਜੀ ਇੱਕ ਵਾਰੀ। ਪੰਜਾਬ ਦੀਆਂ ਗੱਲਾਂ ਕਰਦੇ ਆ ਜੀ। ਸ਼ਾਹ ਵੇਲਾ ਕਿੰਨੇ ਵਜੇ ਹੁੰਦਾ? ਪਤਾ ਜੀ ਸ਼ਾਹ ਵੇਲੇ ਦਾ? ਸ਼ਾਹ ਵੇਲਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦਾ? ਸਵੇਰ ਦਾ ਖਾਣਾ ਜੀ, ਜਾਂ ਕਹਿ ਲਈਏ ਸਵੇਰ ਦਾ ਨਾਸ਼ਤਾ ਜੀ। ਨਹੀਂ, ਦੁਪਹਿਰ ਤੋਂ ਸ਼ਾਮ ਦੇ ਵਿੱਚ ਨਹੀਂ ਜੀ ਹੁੰਦਾ ਜੀ। ਉਹ ਹੁੰਦਾ ਲੋਡਾ ਵੇਲਾ, ਜਿਹਨੂੰ ਅਸੀਂ ਕਹਿੰਦੇ ਲੋਡਾ ਵੇਲਾ। ਬਲਵਿੰਦਰ ਕੌਰ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਉਹ ਆਪਣੇ ਹੁੰਦਾ ਲੋਡਾ ਵੇਲਾ। ਜਿਹੜਾ ਸ਼ਾਹ ਵੇਲਾ ਹੁੰਦਾ ਉਹ ਸਵੇਰੇ 10 ਕੁ ਵਜੇ ਤੱਕ ਹੁੰਦਾ। ਸਵੇਰੇ ਹੁਣ ਤਾਂ ਚਲੋ 10 ਵਜੇ ਸੁੱਤੇ ਅਸੀਂ ਉੱਠਦੇ ਹਾਂ। ਉਸ ਵੇਲੇ ਜਿਹੜੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਸੀ, ਉਹ ਆਪਣੇ ਜਿਹੜਾ ਸ਼ਾਹ ਵੇਲਾ ਉਹ ਜ਼ਿਆਦਾਤਰ ਖੇਤਾਂ 'ਚ ਲੈ ਕੇ ਜਾਂਦੀਆਂ ਹੁੰਦੀਆਂ ਸੀ। ਤੇ 11 ਕੁ ਵਜੇ ਤੱਕ ਤਾਂ ਮੰਨ ਸਕਦੇ ਆਪਾਂ। ਤੇ ਉੱਥੋਂ ਹੀ ਜਿਹੜੇ ਕਿਸਾਨ ਖੇਤੀ ਕਰਨ, ਹਾਂਜੀ 10 ਵਜੇ ਤਕਰੀਬਨ 10-11 ਤੱਕ ਰੱਖ ਸਕਦੇ ਚਲੋ। ਤੇ ਉਸ ਵੇਲੇ ਉੱਥੋਂ ਹੀ ਇੱਕ ਮੂਲੀ ਪੱਟਣੀ, ਤੇ ਨਾਲ ਲੱਸੀ ਦੀ ਗੜਬੀ ਹੋਣੀ ਚੰਗੀ, ਤੇ ਮੱਕੀ ਦੀਆਂ ਰੋਟੀਆਂ ਹੋਣੀਆਂ, ਉੱਤੇ ਪਾਇਆ ਹੋਣਾ ਮੱਖਣ। ਤੇ ਫਿਰ ਉਹ ਖਾ ਕੇ ਜੀ ਫਿਰ ਦੁਪਹਿਰਾ ਕਿੱਥੇ ਸੁੱਝਦਾ ਸੀ? ਦੁਪਹਿਰਾ ਫਿਰ ਵਿੱਚੇ ਧੁੱਪ ਤੇ ਵਿੱਚੇ ਛਾਂ, ਫਿਰ ਸਰੀਰ ਨਹੀਂ ਸੀ ਮੰਨਦਾ ਹੁੰਦਾ ਉਹਨੂੰ ਖਾ ਕੇ। ਤੇ ਜਿਹੜਾ ਲੋਡਾ ਵੇਲਾ ਕੀ ਹੁੰਦਾ ਜੀ? ਲੋਡਾ ਵੇਲਾ ਕਿੰਨੇ ਵਜੇ ਤੋਂ ਬਾਅਦ ਲੋਡਾ ਵੇਲਾ ਸ਼ੁਰੂ ਹੁੰਦਾ? ਲੋਡਾ ਵੇਲਾ ਕਿੰਨੇ ਵਜੇ ਤੋਂ ਬਾਅਦ ਸ਼ੁਰੂ ਹੁੰਦਾ? ਲੋਡਾ ਵੇਲਾ ਜਿਹੜਾ ਬਲਵਿੰਦਰ ਕੌਰ ਜੀ ਤੁਸੀਂ ਦੱਸਿਆ ਨਾ, ਉਹ ਮੇਰਾ ਖਿਆਲ ਤੁਸੀਂ ਲੋਡੇ ਵੇਲੇ ਦੀ ਗੱਲ ਕੀਤੀ ਆ, ਜਿਹੜਾ ਦੁਪਹਿਰ ਤੋਂ ਸ਼ਾਮ ਦੇ ਵਿਚਕਾਰ। ਲੋਡਾ ਵੇਲਾ ਸਾਡੇ ਤਕਰੀਬਨ 4 ਕੁ ਵਜੇ ਨੂੰ ਕਿਹਾ ਜਾਂਦਾ ਜੀ, 4 ਕੁ ਵਜੇ। ਤੇ 4 ਕੁ ਵਜੇ ਜਿਹੜਾ ਟਾਈਮ ਹੁੰਦਾ ਸੀ ਉਹਨੂੰ ਕਹਿੰਦੇ ਸੀ ਲੋਡਾ ਵੇਲਾ। ਉਸ ਵੇਲੇ ਤਕਰੀਬਨ ਹਾਂਜੀ ਹਾਂਜੀ, ਮੈਂ ਉਹੀ ਦੱਸ ਰਿਹਾ ਬਾਬਾ ਜੀ। ਭਾਜੀ ਸਤਿ ਸ੍ਰੀ ਅਕਾਲ। ਬਾਬਾ ਭਾਜੀ ਜਰਮਨ ਤੋਂ ਭਾਜੀ ਆਏ ਜੀ ਸਾਡੇ ਵਿੱਚ ਅੱਜ। ਬੱਬਾ ਸਿੰਘ ਗਿੱਲ ਆ, ਇਹ ਬਹੁਤ ਵਧੀਆ ਸਾਡੇ ਚੰਗੇ ਪੁਰਾਣੇ ਮਿੱਤਰ ਆ ਜੀ, ਔਰ ਇਹ ਕਬੱਡੀ ਦੇ ਪ੍ਰਮੋਟਰ ਆ। ਤੇ ਕਬੱਡੀ ਨੂੰ ਇਹਨਾਂ ਦੀ ਬਹੁਤ ਦੇਣ ਆ। ਜਰਮਨ ਦੇ ਵਿੱਚ ਇਹ ਹਰ ਸਾਲ ਟੂਰਨਾਮੈਂਟ ਕਰਾਉਂਦੇ ਆ। ਤੇ ਇਸ ਸਾਲ ਥੋੜੀ ਜਿਹੀ ਆ ਪ੍ਰੋਬਲਮ ਕਰੋਨਾ ਨੇ ਖੜੀ ਕਰ ਦਿੱਤੀ, ਸਾਰੇ ਯੂਰਪ ਦੇ ਵਿੱਚ ਟੂਰਨਾਮੈਂਟ ਨਹੀਂ ਹੋਏ। ਤੇ ਬੱਬਾ ਭਾਜੀ ਇਸ ਗੱਲ ਲਈ ਉੱਥੇ ਆਪਣੇ, ਮੈਂ ਬਹੁਤ ਵਾਰ ਇਹਨਾਂ ਦੇ ਮੈਚ ਤੇ ਗਿਆ ਜੀ। ਇਹਨਾਂ ਦੇ ਮੈਚ ਦਾ ਮੈਨੂੰ ਸੱਦਾ ਆਉਂਦਾ ਹੁੰਦਾ ਹਮੇਸ਼ਾ, ਤੇ ਮੈਂ ਇਹਨਾਂ ਦੇ ਮੈਚ ਤੇ ਗਿਆ ਬਹੁਤ ਵਾਰ। ਤੇ ਇਹ ਵੀ ਹਮੇਸ਼ਾ ਮੇਰੇ ਨਾਲ ਜੁੜੇ ਰਹਿੰਦੇ, ਜਦੋਂ ਵੀ ਕੋਈ ਗੱਲਬਾਤ ਹੁੰਦੀ ਇਹਨਾਂ ਦਾ ਬਹੁਤ ਸਾਥ ਰਹਿੰਦਾ ਸਾਨੂੰ। ਤੇ ਧੰਨਵਾਦੀ ਹਾਂ ਬੱਬਾ ਭਾਜੀ ਤੁਹਾਡਾ ਬਹੁਤ ਬਹੁਤ ਜੀ। ਤੇ 10-11 ਵਜੇ ਤੱਕ ਜੀ। ਤੇ ਮੈਂ ਲੋਡੇ ਵੇਲੇ ਦੀ ਗੱਲ ਕੀਤੀ ਸੀ। ਲੋਡਾ ਵੇਲਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦਾ ਜੀ? ਹਾਂਜੀ ਦੁਪਹਿਰ ਤੋਂ ਬਾਅਦ ਜੀ। ਹਾਂਜੀ 4 ਕੁ ਵਜੇ ਤੋਂ ਲੈ ਕੇ ਆਪਣਾ ਕਰ ਜਿਹੜਾ ਆਪਾਂ ਕਹਿ ਸਕਦੇ ਹਾਂ ਜੀ ਲੋਡਾ ਵੇਲਾ ਜਿਹੜਾ ਇਹ ਮੇਰਾ ਖਿਆਲ ਬਹੁਤ ਜਿਹੜੇ ਹੈਗੇ ਆ। ਅੱਜ ਕੱਲ੍ਹ ਦੀ ਪਨੀਰੀ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਜੀ। ਅੱਜ ਕੱਲ੍ਹ ਤਾਂ ਬੈਤ ਨਾਸ਼ਤਾ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਨਾਂ ਰੱਖ ਹੋਏ ਹੋ ਆ ਜੀ। ਹੁਣ ਕੀ ਕਰੀਏ, ਸਾਨੂੰ ਕਈ ਵਾਰੀ ਸਮਝ ਨਹੀਂ ਲੱਗਦੀ। ਫਿਰ ਨਿਆਣੇ ਹੱਸਦੇ ਆ, ਉਹ ਕਹਿੰਦੇ ਭਾਈ ਆ ਤੂੰ ਬਸ ਕੀ ਕਰੀ ਜਾਣਾ। ਤੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਇਹ ਸਾਡਾ ਇੱਕ ਜ਼ਿੰਦਗੀ ਦਾ ਹਿੱਸਾ ਜੀ। ਤੇ ਕੋਸ਼ਿਸ਼ ਕਰੀਏ ਇਹ ਚੀਜ਼ ਨੂੰ ਆਪਾਂ ਕੋਸ਼ਿਸ਼ ਕਰੀਏ ਆਪਾਂ ਇਹ ਚੀਜ਼ ਨੂੰ ਆਪਣਾ ਹਿੱਸਾ ਹੀ ਬਣਾ ਕੇ ਰੱਖੀਏ। ਤੇ ਜਿਹਦੇ ਨਾਲ ਜੇ ਪਤਾ ਕੀ ਗੱਲ ਹੈ, ਅਸੀਂ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਛੱਡ ਗਏ ਪਿੱਛੇ। ਜੇ ਨਾ ਛੱਡਦੇ ਤਾਂ ਆਹ ਜਿਹੜੀਆਂ ਅੱਜ ਬਿਮਾਰੀਆਂ ਹੈ ਨਾ, ਇਹ ਬਿਮਾਰੀਆਂ ਨਹੀਂ ਸੀ ਹੋਣੀਆਂ। ਅਸੀਂ ਤਾਂ ਹੁਣ ਕੀ ਕਰਦੇ ਹਾਂ, ਡੱਬਾ ਲਿਆਉਂਦੇ ਹਾਂ, ਮੈਕਰੋ ਦੇ ਵਿੱਚ ਉਹਨੂੰ ਰੱਖਦੇ ਹਾਂ ਜਾਂ ਓਵਨ 'ਚ ਰੱਖਦੇ ਹਾਂ, ਗਰਮ ਕਰਦੇ ਹਾਂ, ਖਾ ਲੈਂਦੇ ਹਾਂ। ਕਦੇ ਕਈ ਵਾਰੀ ਇੱਦਾਂ ਦਾ ਵੀ ਮਾਹੌਲ ਹੁੰਦਾ ਉਹਦੇ 'ਤੇ ਡੇਟ ਵੀ ਨਹੀਂ ਦੇਖੀ ਦੀ ਵੀ ਇਹਦੀ ਡੇਟ ਲੰਘ ਗਈ ਜਾਂ ਨਹੀਂ ਲੰਘੀ।
ਤੇ ਕਈ ਵਾਰੀ ਇਦਾਂ ਦੇ ਵੀ ਮੈਂ ਬੰਦੇ ਦੇਖਿਆ, ਜੇ 2 ਦਿਨ ਲੰਘੀ ਉਹ ਕਿਹੜਾ ਖੁੱਲਾ, ਕੋਈ ਗੱਲ ਨਹੀਂ ਕਾਲਾ ਗਰਮ ਤੋਂ, ਤੇ ਫਿਰ ਉਹ ਭਾਜੀ ਕਰੋਨਾ ਹੋਣੀ ਆ ਕੇ ਬੈਲ ਮਾਰਦੇ ਆ ਵੀ ਭਾਜੀ ਤੁਸੀਂ ਦਰਵਾਜ਼ਾ ਖੋਲੋ, ਹਨਾ। ਇਸ ਕਰਕੇ ਕੋਸ਼ਿਸ਼ ਕਰੋ ਜਿਹੜੀਆਂ ਸਾਡੀਆਂ ਪੁਰਾਣੀਆਂ ਚੀਜ਼ਾਂ, ਕਿਉਂਕਿ ਸਾਡੇ ਸਰੀਰ ਹੀ ਉਹਨਾਂ ਲਈ ਬਣੇ ਹੋ, ਅਸੀਂ ਆ ਵਿੱਕੀ ਬਰਗਰ ਹਾਮਬਰਗਰ ਵਾਲੇ ਨਹੀਂ ਹੈਗੇ, ਇਹ ਤਾਂ ਅਸੀਂ ਧੱਕੇ ਨਾਲ ਅੰਦਰ ਸੈੱਟ ਰਹੇ ਆ, ਔਰ ਸਾਰਾ ਕੂੜਾ ਆ ਇਹ। ਤੇ ਕਿਉਂਕਿ ਤੁਸੀਂ ਕਦੇ ਡਾਕਟਰ ਕੋਲ ਜਾਓ, ਉਹ ਕਹੂਗਾ ਵਿਟਾਮਿਨ ਡੀ ਦੀ ਤੁਹਾਨੂੰ ਘਾਟ ਆ, ਤੇ ਗੋਰਿਆਂ ਨੂੰ ਬਹੁਤ ਘੱਟ ਘਾਟ ਆ, ਕਿਉਂਕਿ ਇੱਥੇ ਦੇ ਮਾਹੌਲ ਮੁਤਾਬਕ ਇਹ ਪੈਦਾ ਹੋਏ ਹੋ, ਅਸੀਂ ਉਸ ਜਗ੍ਹਾ 'ਤੇ ਪੈਦਾ ਹੋਏ ਹਾਂ ਜਿੱਥੇ ਧੁੱਪ ਰਹਿੰਦੀ ਆ, ਹੈ 10 ਘੰਟੇ 8 ਘੰਟੇ 6 ਘੰਟੇ, ਔਰ ਧੁੱਪ 'ਚ ਕੰਮ ਕਰਨਾ, ਸਾਨੂੰ ਹੁਣ ਅੰਦਰ ਬੈਠਣਾ ਪੈਂਦਾ। ਹੁਣ ਮੈਂ ਅੰਦਰ ਬੈਠਦਾ ਤੇ ਮੈਨੂੰ ਵਿਟਾਮਿਨ ਡੀ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ, ਮੈਂ ਬਾਹਰ ਘੱਟ ਜਾਂਦਾ, ਸਵੇਰੇ ਅੰਦਰ ਆ ਜਾਂਦਾ, ਸੂਰਜ ਜਦੋਂ ਹਜੇ ਨਿਕਲਣਾ ਹੁੰਦਾ, ਤੇ ਸ਼ਾਮ ਨੂੰ ਘਰ ਜਾਂਦਾ ਜਦੋਂ ਸੂਰਜ ਡੁੱਬ ਜਾਂਦਾ, ਤੇ ਫਿਰ ਵਿਟਾਮਿਨ ਡੀ ਕਿੱਥੋਂ ਆਊਗਾ, ਛੱਤ ਪਾੜ ਕੇ ਤਾਂ ਵਿਚਾਰੇ ਨਹੀਂ ਆਉਣਾ, ਨਹੀਂ ਫਿਰ ਭਾਜੀ ਕਰੋਨਾ ਹੁਣੇ ਆਉਂਦੇ ਆ। ਇਸ ਕਰਕੇ ਆਪਾਂ ਵਧੀਆ ਵਧੀਆ ਜਿਹੜੀਆਂ ਚੀਜ਼ਾਂ ਨਾ, ਇਹਨਾਂ ਦੇ ਨਾਲ ਹਲਕਾ ਫੁਲਕਾ, ਜ਼ਿਆਦਾ ਨਹੀਂ ਮੈਂ ਕਹਿੰਦਾ ਰੋਜ਼ ਕਰੋ, ਸਾਰੇ ਕੰਮਾਂ ਕਰਨ ਵਾਲੇ ਆ ਤੁਸੀਂ, ਮੇਰੀਆਂ ਭੈਣਾਂ ਸਾਰੀਆਂ ਕੰਮ ਕਰਦੀਆਂ, ਕੋਸ਼ਿਸ਼ ਕਰਿਆ ਕਰੋ ਹਫ਼ਤੇ 'ਚ ਇੱਕ ਅੱਧਾ ਦਿਨ ਇੱਦਾਂ ਦਾ ਦਿਨ ਵੀ ਰੱਖੋ, ਜਦੋਂ ਆਪਾਂ ਬੱਚਿਆਂ ਨੂੰ ਪੰਜਾਬ ਦੀਆਂ ਚੀਜ਼ਾਂ ਜਿਹੜੀਆਂ, ਕਿਤੇ ਲੱਸੀ ਪਿਲਾਈਏ, ਕਿਤੇ ਛਿੱਦੀ ਦੱਸੀਏ ਕੀ ਹੁੰਦੀ ਆ, ਇਹ ਚੀਜ਼ਾਂ ਮੇਰੇ ਹਿਸਾਬ ਨਾਲ ਆਪਾਂ ਛੱਡੀਏ ਨਾ, ਇਹਨਾਂ ਦੀ ਆਪਾਂ ਨੂੰ ਬਹੁਤ ਲੋੜ ਹੈ। ਸ਼ੁਕਰ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਈ ਸ਼ੁਕਰ ਬਰਸਲ ਤੋਂ ਜਸਦੀਪ ਸਿੰਘ ਸ਼ੁਕਰ ਵੀ ਸਾਡੇ ਨਾਲ ਜੁੜੇ ਆ ਜੀ, ਬਹੁਤ ਬਹੁਤ ਧੰਨਵਾਦ। ਤੇ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਲ ਆਪਾਂ ਜੁੜੇ ਰਹੀਏ ਤਾਂ ਮੈਂ ਕਹਿੰਦਾ ਵਧੀਆ ਗੱਲ ਆ, ਤੇ ਥੋੜ੍ਹਾ ਜਿਹਾ ਚੰਗਾ ਲੱਗਦਾ ਜੀ। ਆਪਣਾ ਆਪਣਾ ਕਲਚਰ ਆ, ਹੈ ਨਾ, ਇਕੱਲੇ ਕੱਪੜੇ ਹੀ ਪਾਉਣੇ ਆਪਣੇ ਨਹੀਂ, ਆਪਣਾ ਖਾਣਾ ਪੀਣਾ ਵੀ ਉਹਦੇ ਵਰਗਾ ਆਪਣਾ ਹੋਣਾ ਚਾਹੀਦਾ, ਤੇ ਉਹਦੇ ਨਾਲ ਜਿਹੜੇ ਬੱਚੇ ਆ ਉਹ ਕੁਦਰਤੀ ਗੱਲ ਆ ਤੰਦਰੁਸਤੀ ਵੱਲ ਜਾਂਦੇ ਆ, ਕਿਉਂਕਿ ਸਾਡੀ ਜਿਹੜੀ ਖੁਰਾਕ ਆ ਉਹ ਖਾ ਕੇ ਬੈਠਣ ਨਹੀਂ ਦਿੰਦੀ, ਫਿਰ ਉਹ ਕਹਿੰਦੀ ਕੰਮ ਕਰੋ, ਹੁਣ ਉਹ ਬੈਠ ਕੇ ਨਹੀਂ ਗੁਜ਼ਾਰਾ ਫਿਰ ਕਰ ਸਕਦੇ ਤੁਸੀਂ, ਫਿਰ ਉਹ ਪਚਦੀ ਨਹੀਂ ਸਾਨੂੰ, ਤੇ ਫਿਰ ਉਹ ਕਹਿੰਦੀ ਹੈ ਵੀ ਉੱਠ ਵੀ ਹੁਣ ਕੰਮ ਕਰ ਥੋੜ੍ਹਾ ਜਿਹਾ, ਫਿਰ ਬੰਦਾ ਥੋੜ੍ਹੀ ਬਹੁਤੀ ਪ੍ਰੈਕਟਿਸ ਕਰ ਲੈਂਦਾ, ਜਾਂ ਕੋਈ ਦੌੜ ਲੈਂਦਾ, ਜਾਂ ਕੋਈ ਨੱਠ ਭੱਜ ਕਰ ਲੈਂਦਾ, ਜਾਂ ਕੋਈ ਹੋਰ ਘਰੇਲੂ ਕੰਮ ਕਰ ਲੈਂਦਾ, ਹੈ ਨਾ। ਤੇ ਜੇ ਅਸੀਂ ਖਾ ਕੇ ਨਹੀਂ ਕਰਦੇ ਤਾਂ ਫਿਰ ਉਹ ਨੇਸਤੀ ਪਾਉਣ ਲੱਗ ਪੈਂਦੀ, ਫਿਰ ਪ੍ਰੋਬਲਮ ਬਣਾਉਣ ਲੱਗ ਪੈਂਦੀ ਸਰੀਰ ਨੂੰ। ਇਹਦੇ ਲਈ ਜੇ ਥੋੜ੍ਹਾ ਬਹੁਤਾ ਇੱਕ ਅੱਧੀ ਵਾਰੀ ਮਤਲਬ ਇੱਦਾਂ ਦਾ ਖਾਣਾ ਵੀ ਤਿਆਰ ਕਰਿਆ ਕਰੋ ਜਿਹੜਾ ਬੱਚੇ ਖਾਣ, ਉਹਨਾਂ ਨੂੰ ਪਤਾ ਲੱਗੇ, ਨਾਲ ਦੱਸੋ ਵੀ ਬੱਚਿਆਂ ਨੂੰ, ਖਾਸ ਕਰਕੇ ਲੜਕਿਆਂ ਨੂੰ ਜ਼ਰੂਰ ਦੱਸੋ ਵੀ ਪੰਜਾਬ ਦੀਆਂ ਚੀਜ਼ਾਂ ਆ, ਹੈ ਨਾ, ਇਹਨਾਂ ਨੂੰ ਇੱਦਾਂ ਬਣਾਉਣਾ ਆ, ਕਿਉਂਕਿ ਤੁਸੀਂ ਜਾਣਦੇ ਆ, ਜੇ ਤੁਸੀਂ ਨਹੀਂ ਦੱਸਿਆ ਤਾਂ ਆਉਣ ਵਾਲੀ ਆਪਣੀ ਪੀੜ੍ਹੀਆਂ ਜਿਹੜੀਆਂ ਫਿਰ ਉਹ, ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਮਾਤਾ ਗੁਜਰੀ ਦੇਖੋ, ਉਹਨਾਂ ਨੇ 4 ਬੱਚਿਆਂ ਨੂੰ ਇੱਦਾਂ ਤਿਆਰ ਕਰ ਲਿਆ ਸੀ ਭਈ ਉਹ ਸੂਬੇ ਦੀ ਕਚਹਿਰੀ 'ਚ ਵੀ ਜਾ ਕੇ ਉਹਨਾਂ ਨੇ ਨਾ ਸਿਰ ਨਹੀਂ ਝੁਕਾਇਆ, ਔਰ ਉਹ ਉਹਨਾਂ ਦੇ ਵਿੱਚ ਰੋਲ ਕਿਹਦਾ ਸੀ ਸਭ ਤੋਂ ਵਧੀਆ, ਉਹ ਸੀ ਮਾਤਾ ਦਾ। ਤੇ ਮਾਤਾ ਜਿਹੜੀ ਆ ਨਾ, ਉਹ ਬੱਚਿਆਂ ਨੂੰ ਹੀਰਾ ਵੀ ਬਣਾ ਸਕਦੀ ਹੈ ਤੇ ਕੋਲਾ ਵੀ ਬਣਾ ਸਕਦੀ ਹੈ, ਮਿੱਟੀ ਵੀ ਬਣਾ ਸਕਦੀ ਹੈ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਤੁਸੀਂ ਥੋੜ੍ਹਾ ਬਹੁਤਾ ਆਪਣੀਆਂ ਬੱਚਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਇਹ ਜ਼ਰੂਰ ਦੱਸਿਆ ਕਰੋ, ਤੇ ਜਿਹਦੇ ਨਾਲ ਸਾਡੇ ਬੱਚੇ ਆ ਜਿਹੜੇ ਸਾਡੇ ਕਲਚਰ ਨਾਲ, ਔਰ ਮੇਰੇ ਇੱਕ ਦਿਮਾਗ ਦੇ ਵਿੱਚ ਹੋਰ ਗੱਲ ਆ, ਉਹਦਾ ਮੈਂ ਅਗਲੇ ਐਤਵਾਰ ਤੱਕ ਪ੍ਰਚਾਰ ਸ਼ੁਰੂ ਕਰਨਾ। ਤੇ ਅੱਜ ਸਾਡੇ ਵਿੱਚ ਮੇਰੇ ਖਿਆਲ ਰਣਜੀਤ ਕੌਰ ਹੋਣੀ ਵੀ ਨਹੀਂ ਆਏ, ਤੇ ਉਹ ਆਪਾਂ ਇੱਕ ਨਾ ਇੱਥੇ ਦਿਨ ਇੱਦਾਂ ਦਾ ਰੱਖਣਾ, ਜਿਸ ਦਿਨ ਆਪਾਂ ਇੱਕ ਸਿਰਫ ਪੰਜਾਬੀ ਦੀ ਗੱਲ ਕਰਨੀ ਆ, ਚਾਹੇ ਆਪਾਂ ਦੁਕਾਨਾਂ 'ਤੇ ਇੱਕ ਦਿਨ ਲਈ ਪੋਸਟਰ ਲਾਈਏ, ਤੇ ਚਾਹੇ ਆਪਾਂ ਕਿਸੇ ਤਰੀਕੇ ਨਾਲ ਵੀ ਕਰੀਏ, ਉਹਦੇ ਵਿੱਚ ਇਹ ਲਿਖਣਾ, ਆਪਾਂ ਪੰਜਾਬੀ 'ਚ ਲਿਖਣਾ ਵੀ ਅਸੀਂ ਪੰਜਾਬੀ ਹਾਂ। ਤੇ ਜਿਹੜੀ ਸਾਡੀ, ਜਿੱਦਾਂ ਮੈਂ ਪਿੱਛੇ ਲਿਖਿਆ, ਤੇ ਇੱਕ ਦਿਨ ਆਪਾਂ ਇੱਥੇ ਯੂਰਪ ਦੇ ਵਿੱਚ ਇੱਦਾਂ ਦਾ ਬਣਾਉਣਾ। ਮੈਂ ਹੋਰ ਵੀ ਜਿਹੜੀਆਂ ਕੰਟਰੀਆਂ ਉਹਨਾਂ ਦੇ ਸਾਰੇ ਜਿਹੜੇ ਮੇਰੇ ਨਾਲ ਸਹਿਯੋਗ ਦਿੰਦੇ ਆ, ਉਹਨਾਂ ਨਾਲ ਮੇਰੀ ਸਾਰਿਆਂ ਨਾਲ ਗੱਲ ਕਰਨੀ ਪਿਆ, ਇੱਕ ਦਿਨ ਇੱਦਾਂ ਦਾ ਪੰਜਾਬ, ਜਿੱਦਾਂ ਪੰਜਾਬ ਡੇ ਆ ਨਾ ਪੰਜਾਬ ਦੇ ਵਿੱਚ ਮਨਾਇਆ ਜਾਂਦਾ, ਇੱਦਾਂ ਇੱਕ ਯੂਰਪ ਦੇ ਵਿੱਚ ਵੀ ਮੇਰਾ ਵਿਚਾਰ ਆ ਤੇ ਆਪਾਂ ਇੱਕ ਇੱਦਾਂ ਦਾ ਦਿਨ ਬਣਾਈਏ ਜਿਹਦੇ ਵਿੱਚ ਇੱਕ ਪੰਜਾਬੀ ਦੇ ਨਾਂ 'ਤੇ ਸਿਰਫ ਇੱਕ ਨਾਅਰਾ ਦਿੱਤਾ ਜਾਵੇ, ਸਿਰਫ ਉਹ ਕਰਨਾ ਆਪਾਂ ਕੁਛ ਨਹੀਂ, ਉਹਦੇ ਵਿੱਚ ਇੱਕ ਦਿਨ ਵਾਸਤੇ ਆਪਾਂ ਸਿਰਫ ਪਿਓਰ ਪੰਜਾਬੀ ਬਣਨਾ, ਬਸ ਹੋਰ ਕੁਛ ਨਹੀਂ। ਮੈਂ ਕੋਈ ਇਹ ਨਹੀਂ ਆਪਾਂ ਡਿਮਾਂਡ ਰੱਖਦਾ ਪਿਆ ਆਪਾਂ ਇੱਥੇ ਖਰਚਾ ਕਰਨਾ ਜਾਂ ਕੋਈ ਬਹੁਤ ਵੱਡੀ ਪਾਰਟੀ ਕਰਨੀ ਹੈ ਜਾਂ ਨਹੀਂ। ਜੇ ਤੁਸੀਂ ਹੋ ਸਕਦਾ ਆਪਣੀ ਇੱਕ ਦਿਨ ਲਈ ਦੁਕਾਨ 'ਤੇ, ਇੱਕ ਸਾਲ 'ਚ ਭਾਵੇਂ ਜ਼ਿਆਦਾ ਨਹੀਂ, ਇੱਕ ਸਾਲ 'ਚ ਇੱਕ ਭਾਵੇਂ ਉਹਨੂੰ ਪੰਜਾਬੀ 'ਚ ਪਹਿਲਾਂ ਲਿਖੋ, ਫਿਰ ਨਾ ਤੁਹਾਡੀ ਨੀਦਰਲੈਂਡ 'ਚ ਲਿਖ ਲਓ, ਜਾਂ ਫਰੈਂਚ 'ਚ ਲਿਖ ਲਓ, ਜਾਂ ਇੰਗਲਿਸ਼ 'ਚ ਲਿਖ ਲਓ, ਕਿਉਂਕਿ ਸਪੈਲਿੰਗ ਤਾਂ ਉਹੀ ਰਹਿਣੇ ਆ। ਤੇ ਉਹ ਇੱਕ ਤੁਹਾਡਾ ਵੱਖਰਾ ਜਿਹੜਾ ਉਸ ਦਿਨ ਕੋਸ਼ਿਸ਼ ਕਰੋ ਕਿ ਪਹਿਰਾਵਾ ਵੀ ਜਿਹੜਾ, ਥੈਂਕ ਯੂ ਜੀ, ਥੈਂਕ ਯੂ ਰੂਪੀ ਜੀ, ਉਸ ਦਿਨ ਆਪਾਂ ਪਹਿਰਾਵਾ ਵੀ ਜਿਹੜਾ ਉਹ ਪੰਜਾਬ ਵਾਲਾ ਪਾਈਏ। ਇੱਕ ਦਿਨ ਆਪਾਂ ਮੁਕਰਰ ਕਰਾਂਗੇ, ਜਿੱਦਾਂ ਕੋਈ ਦਿਨ ਦੇਖਦੇ ਹਾਂ ਉਸ ਦਿਨ ਲਈ, ਤੇ ਆਪਾਂ ਉਸ ਦਿਨ ਸਾਰੇ ਜਣੇ
ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਬਲਵਿੰਦਰ ਕੌਰ ਜੀ, ਥੈਂਕ ਯੂ। ਤੇ ਆਪਾਂ ਇੱਕ ਦਿਨ ਵਾਸਤੇ ਜੇ ਆਪਾਂ ਕਾਰੋਬਾਰ ਤੇ ਆ ਤੇ ਜੇ ਆਪਾਂ ਰੈਸਟੋਰੈਂਟ ਜਾਂ ਜਿੱਥੇ ਵੀ ਆਪਾਂ ਹੈਗੇ ਆ, ਆਪਾਂ ਉਹ ਇੱਕ ਦਿਨ ਦੇਣਾ ਸਿਰਫ ਆਪਣੀ ਭਾਸ਼ਾ ਨੂੰ, ਪੰਜਾਬੀ ਨੂੰ। ਤੇ ਮੈਂ ਕੋਸ਼ਿਸ਼ ਕਰ ਰਿਹਾ ਬਾਕੀ ਜਿਹੜੇ ਦੇਸ਼ ਆ ਉਹਨਾਂ ਦੇ ਨਾਲ ਵੀ ਕੰਟੈਕਟ ਕਰਾਂ ਤੇ ਉਹ ਸਾਰੇ ਜਣੇ ਆਪਾਂ ਰਲ ਕੇ ਇੱਕ ਦਿਨ ਯੂਰਪ ਦੇ ਵਿੱਚ ਖਾਸ ਕਰਕੇ, ਤੇ ਕਿਉਂਕਿ ਜੇ ਆਪਾਂ ਕੰਟੈਕਟ ਨਾ ਕੀਤਾ ਤਾਂ ਫਿਰ ਬਹੁਤਿਆਂ ਨੇ ਇਹ ਕਹਿਣਾ ਵੀ ਤੁਸੀਂ ਕਿਹੜਾ ਸਾਨੂੰ ਦੱਸਿਆ, ਜਾਂ ਸਾਨੂੰ ਪਤਾ ਨਹੀਂ ਲੱਗਾ, ਜਾਂ ਅਸੀਂ ਤੁਹਾਡਾ ਪ੍ਰੋਗਰਾਮ ਨਹੀਂ ਦੇਖਦੇ। ਤੇ ਆਪਾਂ ਇੱਕ ਇਦਾਂ ਦਾ ਸੱਦਾ ਦੇਣਾ। ਇਹ ਮੈਨੂੰ ਇਹ ਗੱਲ ਦਾ ਯਕੀਨ 100% ਹੈ, ਜਿੱਦਾਂ ਆਪਾਂ ਨੂੰ ਸਾਰੀਆਂ ਸੰਗਤਾਂ ਨੇ ਸਹਿਯੋਗ ਦਿੱਤਾ ਸੀ ਬਾਬੇ ਦਾ ਜਨਮ ਦਿਨ ਮਨਾਉਣ ਲਈ, ਇਸੇ ਤਰ੍ਹਾਂ ਸਾਰੇ ਆਪਾਂ ਨੂੰ ਯੂਰਪ ਦੇ ਸਹਿਯੋਗ ਦੇਣਗੇ। ਤੇ ਆਪਾਂ ਇੱਕ ਦਿਨ ਰੱਖਿਆ ਕਰਨਾ ਸਿਰਫ ਸਾਲ ਦੇ ਵਿੱਚ, ਜਿਹਦੇ ਵਿੱਚ ਸਿਰਫ ਅਸੀਂ ਇਹੀ ਦੱਸਣਾ ਕਿ ਅਸੀਂ ਪੰਜਾਬੀ ਹਾਂ ਔਰ ਪੰਜਾਬੀ ਦੀ ਕੋਈ ਜਾਤ ਨਹੀਂ ਹੁੰਦੀ। ਤੇ ਸਾਨੂੰ ਇਹ ਮਾਣ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਹਾਂ, ਸਾਡੀ ਬੋਲੀ ਪੰਜਾਬੀ ਆ ਜਿਹੜੀ ਸਾਨੂੰ ਗੁਰੂਆਂ ਨੇ ਦਿੱਤੀ ਆ। ਕਈ ਬੋਲੀਆਂ ਪੁਰਖਿਆਂ ਨੇ ਦਿੱਤੀਆਂ ਹੁੰਦੀਆਂ, ਪੁਰਖੇ ਸਾਨੂੰ ਸਾਡੇ ਗੁਰੂਆਂ ਨੇ ਬੋਲੀ ਦਿੱਤੀ ਆ। ਇਸ ਕਰਕੇ ਅਸੀਂ ਇਸ ਬੋਲੀ ਨੂੰ ਜਿੰਦਾ ਰੱਖਣ ਲਈ, ਆਪਣੇ ਬੱਚਿਆਂ ਦੇ ਖੂਨ ਦੇ ਵਿੱਚ ਲਿਜਾਣ ਲਈ ਇੱਕ ਦਿਨ ਇਦਾਂ ਦਾ ਬਣਾਈਏ ਜਿਸ ਦਿਨ ਆਪਾਂ ਪੰਜਾਬੀ ਪਹਿਰਾਵਾ, ਪੰਜਾਬੀ ਦੇ ਵਿੱਚ ਪਿੱਛੇ ਸਾਡੇ ਬੋਰਡ ਲੱਗਾ ਹੋਵੇ ਤੇ ਅਸੀਂ ਪੰਜਾਬੀ ਆ ਔਰ ਸਾਡੀ ਕੋਈ ਜਾਤ ਨਹੀਂ, ਸਾਡੀ ਪੰਜਾਬੀ ਜਾਤ ਆ। ਤੇ ਪੰਜਾਬੀ ਪੜ੍ਹੋ ਲਿਖੋ, ਪੰਜਾਬੀ ਦਾ ਮਾਣ ਕਰੋ। ਤੇ ਇਹ ਬਣਾ ਕੇ ਆਪਾਂ ਇੱਕ ਦਿਨ ਕਿਸੇ ਵੀ ਤਰੀਕੇ ਨਾਲ ਹੋਵੇ ਸਿਰਫ ਪੰਜਾਬੀ ਦੇ ਸੰਬੰਧ ਦੇ ਵਿੱਚ, ਤੇ ਤੁਸੀਂ ਇੱਕ ਦਿਨ ਵਾਸਤੇ ਪੇਪਰ ਤੇ ਛੋਟੇ ਜਿਹੇ ਤੇ ਲਿਖ ਕੇ ਆਪਣੀ ਦੁਕਾਨ ਚਲਾ ਲਓ, ਜਾਂ ਕੋਈ ਵੀ ਕਿਸੇ ਤਰੀਕੇ ਨਾਲ ਵੀ ਆਪਾਂ ਇੱਕ ਦਿਨ ਪ੍ਰਚਾਰ ਕਰੀਏ ਬਸ। ਤੇ ਆਪਾਂ ਥੋੜ੍ਹਾ ਬਹੁਤਾ ਮੈਂ ਕੰਟੈਕਟ ਕਰ ਰਿਹਾ, ਕੁਝ ਲੋਕਾਂ ਦੇ ਨਾਲ ਮੈਂ ਗੱਲ ਕੀਤੀ ਆ, ਤੇ ਆਪਾਂ ਜਲਦੀ ਇਹ ਦਿਨ ਦਾ ਐਲਾਨ ਕਰਾਂਗੇ ਕਿਹੜੇ ਦਿਨ ਆਪਾਂ, ਕਿਹੜੀ ਤਰੀਕ ਨੂੰ, ਕਿਹੜੇ ਮਹੀਨੇ ਦਾ ਦਿਨ ਲਈਏ। ਤੇ ਦਿਨ ਵੀ ਮੇਰਾ ਵਿਚਾਰ ਹੈ ਕੋਈ ਇਦਾਂ ਦਾ ਲਈਏ ਜਿਹੜਾ ਦਿਨ ਜਿਹੜਾ ਮਤਲਬ ਕਿਸੇ ਨੂੰ ਡਿਸਟਰਬ ਕਰਨ ਵਾਲਾ ਨਾ ਹੋਵੇ, ਤੇ ਸਾਰੇ ਜਣੇ ਬੈਲਜੀਅਮ 'ਚ ਹੋਣ। ਕਿਉਂਕਿ ਕਈ ਵਾਰੀ ਆਪਾਂ ਜਿੱਦਾਂ ਛੁੱਟੀਆਂ 'ਚ ਕੋਈ ਦਿਨ ਲੈ ਲੈਂਦੇ ਤਾਂ ਬਹੁਤ ਸੰਗਤਾਂ ਆਪਣੀਆਂ ਇੰਡੀਆ ਜਾ ਆਉਂਦੀਆਂ, ਇੰਡੀਆ ਚਲ ਜਾਂਦੀਆਂ ਘੁੰਮਣ ਫਿਰਨ, ਤੇ ਫਿਰ ਉਹ ਜਿਹੜਾ ਆਪਣਾ ਇੰਨਾ ਵਧੀਆ ਨਹੀਂ ਰਹਿਣਾ। ਕੋਸ਼ਿਸ਼ ਕਰਾਂਗੇ ਆਪਾਂ ਉਹ ਦਿਨ ਕੋਈ ਲਈਏ ਜਦੋਂ ਸਾਰੇ ਆਪਣੇ ਜਿੰਨੇ ਪੰਜਾਬੀ ਆ ਉਹ ਸਾਰੇ ਬੈਲਜੀਅਮ ਦੇ ਵਿੱਚ ਹੋਣ ਜਾਂ ਯੂਰਪ ਸਾਰੇ 'ਚ ਹੋਣ, ਤੇ ਉਸ ਦਿਨ ਫਿਰ ਇੱਕ ਦਿਨ ਆਪਾਂ ਇਹਨੂੰ ਮਨਾਈਏ ਤੇ ਫਿਰ ਉਹਦੇ ਨਾਲ ਜਿਹੜਾ ਸਾਰੀ ਦੁਨੀਆ ਨੂੰ ਪਤਾ ਲੱਗੇ। ਤੇ ਜੇ ਉਪਰਾਲਾ ਕਾਮਯਾਬ ਹੋ ਜਾਂਦਾ ਤੇ ਹੋਰ ਵੀ ਦੇਸ਼ ਜਿਹੜੇ ਉਹ ਸਾਡੇ ਨਾਲ ਜੁੜਨਗੇ। ਤੇ ਜਿੱਦਾਂ ਹੁਣ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਇਸ ਵੇਲੇ ਪੰਜਾਬੀ ਵਧੀਆ ਜਾ ਰਹੀ ਹੈ, ਇੰਗਲੈਂਡ 'ਚ ਕਿੰਨੀ ਪੰਜਾਬੀ ਆ। ਰਾਤੀ ਇੰਗਲੈਂਡ ਦੇ ਵਿੱਚ ਪਟਾਕੇ ਚੱਲਦੇ ਸੀ, ਸਾਡੇ ਕੋਲ ਫੁੱਲਝੜੀ ਵੀ ਹੈ ਨਹੀਂ ਸੀ। ਉੱਥੇ ਵੀ ਲੋਕਡਾਊਨ ਆ, ਸਾਡੇ ਵੀ ਲੋਕਡਾਊਨ ਆ, ਬਸ ਕਮਿਊਨਿਟੀ ਜ਼ਿਆਦਾ ਹੈ ਨਾ। ਇਹ ਚੀਜ਼ਾਂ ਦਾ ਬਹੁਤ ਫਰਕ ਆ। ਮੈਂ ਨਹੀਂ ਕਹਿੰਦਾ ਵੀ ਪਟਾਕੇ ਚਲਾਉਣੇ ਕੋਈ ਚੰਗੀ ਗੱਲ ਹੈ ਜਾਂ ਬਹੁਤ ਮਾੜੀ ਗੱਲ ਹੈ, ਪਰ ਮਸਲਾ ਮੇਰੇ ਕਹਿਣ ਦਾ ਇਹ ਆ ਵੀ ਜਿੱਥੇ ਸਾਡੇ ਆਪਣੇ ਹੈਗੇ ਆ ਉੱਥੇ ਸਾਡੀ ਬੋਲੀ ਵੀ ਹੈਗੀ ਆ, ਹੈ ਨਾ। ਉੱਥੇ ਵੀ ਲੋਕ ਜਿਹੜੇ ਮੁੜ ਪਏ ਦੁਬਾਰਾ ਪੰਜਾਬੀ ਵੱਲੋਂ, ਹਮਕੋ ਤੁਮਕੋ ਤੋਂ ਪਿੱਛੇ ਹਟ ਗਏ ਉਹ। ਤੇ ਜੇ ਆਪਾਂ ਵੀ ਕੋਸ਼ਿਸ਼ ਕਰਾਂਗੇ ਤੇ ਜਿਹੜਾ ਪੰਜਾਬੀ ਆ ਇਹਨੂੰ ਯੂਰਪ ਦੇ ਵਿੱਚ ਇੱਕ ਦਿਨ ਮਨਾਈਏ ਅਸੀਂ ਪੰਜਾਬੀ ਦਾ। ਤੇ ਜੇ ਸਾਰੇ ਜਣੇ ਆਪਾਂ ਰਲ ਕੇ ਕੋਸ਼ਿਸ਼ ਕਰਾਂਗੇ ਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਫੇਲ ਹੋਈਏ। ਤੇ ਇੱਕ ਦਿਨ ਇਹ ਜਿਹੜੀ ਪੰਜਾਬੀ ਹੈ ਆਪਣਾ ਯੂਰਪ ਦੇ ਵਿੱਚ ਇਹ ਵੀ ਇੱਕ ਮਕਾਮ ਹਾਸਲ ਕਰੂਗੀ। ਤੇ ਜੇ ਅਸੀਂ ਇਹ ਕੰਮ ਕਰਾਂਗੇ ਤੇ ਕੱਲ੍ਹ ਨੂੰ ਆਉਣ ਵਾਲੀਆਂ ਸਾਡੀਆਂ ਪਨੀਰੀਆਂ ਜਿਹੜੀਆਂ ਉਹਨਾਂ ਨੂੰ ਪਤਾ ਲੱਗੂਗਾ। ਔਰ ਉਹ ਵੀ ਅੱਜ ਦੇਖੋ ਅਸੀਂ ਬੈਠੇ ਹਾਂ, ਸਾਡੇ ਕੋਲ ਕੋਈ ਯੂਰਪ ਦੇ ਵਿੱਚ ਹਜੇ ਕੋਈ ਖਾਸ ਪੋਲੀਟਿਕਸ ਦੇ ਵਿੱਚ ਹੈ ਨਹੀਂ। ਇੱਕ ਫਰਾਂਸ ਤੋਂ, ਇੰਗਲੈਂਡ ਵਾਲੇ ਤਾਂ ਹੈਗੇ ਆ, ਇੱਕ ਫਰਾਂਸ ਤੋਂ ਸਾਡੇ ਭਾਜੀ ਹੋਣੀ ਉਹ ਪੋਲੀਟਿਕਸ 'ਚ ਆਏ ਆ, ਉਹ ਵੀ ਹੁਣ ਹਜੇ ਪਿਛਲੇ ਚੋਣਾਂ 'ਚ। ਇਟਲੀ 'ਚ ਵੀ ਕੋਈ ਖਾਸ ਹੈ ਨਹੀਂ ਹਜੇ, ਇੱਦਾਂ ਕੋਸ਼ਿਸ਼ਾਂ ਹੋ ਰਹੀਆਂ ਸਾਰੇ ਪਾਸੇ। ਯੂਰਪ 'ਚ ਹੈ ਨਹੀਂ ਹਜੇ, ਆਪਣੇ ਇੱਥੇ ਬੈਲਜੀਅਮ 'ਚ ਕੋਈ ਖਾਸ ਨਹੀਂ ਹੈ ਮਤਲਬ ਜਿਹਨੂੰ। ਤੇ ਕੱਲ੍ਹ ਨੂੰ ਹੁੰਦੇ ਤੇ ਫਿਰ ਉਹ ਕੱਲ੍ਹ ਨੂੰ ਖੜ੍ਹ ਕੇ ਜਿੱਦਾਂ ਵੀ ਮਰਜ਼ੀ ਆ ਉਹ ਪੰਜਾਬੀ ਦੀ ਗੱਲ ਕਰਨਗੇ। ਤੇ ਜੇ ਪੰਜਾਬੀ ਦੀ ਗੱਲ ਹੁਣ ਇੰਗਲੈਂਡ, ਕੈਨੇਡਾ, ਅਮਰੀਕਾ ਦੇ ਵਿੱਚ ਪੰਜਾਬੀ ਦੀ ਗੱਲ ਇਸੇ ਕਰਕੇ ਹੋ ਰਹੀ ਹੈ ਕਿਉਂਕਿ ਉੱਥੇ ਲੋਕ ਖੜੇ ਪੰਜਾਬੀ ਦੇ ਨਾਲ। ਤੇ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਸਾਰੇ ਜਣੇ। ਕਿਰਪਾਲ ਸਿੰਘ ਭਾਜੀ ਲੇਟ ਹੋ ਗਿਆ ਜੀ, ਤੁਸੀਂ ਸਤਿ ਸ੍ਰੀ ਅਕਾਲ। ਤੇ ਆਪਾਂ ਕੋਸ਼ਿਸ਼ ਕਰੀਏ ਜਿਹੜੇ ਸਾਰੇ ਜਣੇ ਆ ਆਪਾਂ। ਹਾਂਜੀ ਬਿਲਕੁਲ, ਹਾਂਜੀ ਜਸਦੀਪ ਜੀ ਬਿਲਕੁਲ ਕਰ ਸਕਦੇ ਹਾਂ ਆਪਾਂ, ਕੋਸ਼ਿਸ਼ ਕਰਦੇ ਹਾਂ ਜੀ। ਤੇ ਮੈਂ ਕੁਛ ਜਗ੍ਹਾ ਗੱਲਬਾਤ ਕਰ ਰਿਹਾ, ਆਪਾਂ ਇੱਕ ਦਿਨ ਮਿਥਾਂਗੇ ਇੱਦਾਂ ਦਾ। ਤੇ ਤੁਸੀਂ ਸਾਰਿਆਂ ਨੇ ਸਾਥ ਦੇਣਾ। ਆਪਾਂ ਇੱਕ ਦਿਨ ਪੰਜਾਬੀ ਡੇ ਦੇ ਤੌਰ ਤੇ ਮਨਾਇਆ ਕਰਾਂਗੇ ਇੱਥੇ, ਤੇ ਸਾਰੇ ਯੂਰਪ 'ਚ ਮਨਾਵਾਂਗੇ, ਇੱਕ ਜਗ੍ਹਾ ਨਹੀਂ ਹੈਗਾ। ਤੇ ਜਸਦੀਪ ਭਾਜੀ ਤੁਹਾਡਾ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਆ। ਤੇ ਆਪਾਂ ਕਰਨਾ, ਕਿਸੇ ਨੂੰ ਕੋਈ ਦੁੱਖ ਨਹੀਂ ਦੇਣਾ, ਕੋਈ ਮਤਲਬ ਕਿਸੇ ਦਾ ਖਰਚਾ ਨਹੀਂ ਕਰਾਉਣਾ। ਜੇ ਕੋਈ ਕਹੇ ਵੀ ਮੇਰਾ ਇੱਦਾਂ ਕੋਈ ਅਸੀਂ ਪਾਰਟੀ ਕਰਨੀ, ਨਹੀਂ ਨਹੀਂ ਇੱਦਾਂ ਦਾ ਕੋਈ ਨਹੀਂ। ਬਸ ਇੱਕ ਦਿਨ ਲਈ ਆਪਣੀਆਂ ਦੁਕਾਨਾਂ ਤੇ ਆਪਣੇ ਘਰ ਮਤਲਬ ਭਾਵੇਂ ਪ੍ਰਿੰਟਰ ਤੋਂ ਛੋਟਾ ਸਾਈਜ਼ ਪੇਪਰ ਕੱਢ ਕੇ ਅਸੀਂ ਆਪਣੇ ਪਿੱਛੇ ਲਾ ਲਈਏ ਤੇ ਬਸ ਉਹਦੇ ਤੇ ਪੰਜਾਬੀ 'ਚ ਲਿਖਿਆ ਹੋਵੇ। ਹੁਣ ਦੇਖੋ ਚਾਈਨੀਸ ਆ ਉਹ ਜਿੱਥੇ ਮਰਜ਼ੀ ਆ, ਚਾਹੇ ਉਹਨਾਂ ਦੀ ਗਿਣਤੀ ਘੱਟ ਹੈ ਚਾਹੇ ਵੱਧ ਆ,
ਯੂਰਪ ਨੂੰ ਵੀ ਉਹਨਾਂ ਦੀਆਂ ਚੀਜ਼ਾਂ ਦੇ ਉੱਤੇ ਜਿਹੜੇ ਨਾਂ ਚਾਈਨੀਜ਼ ਲਿਖਣ ਲਈ ਮਜਬੂਰ ਹੋਣਾ ਪੈ ਗਿਆ। ਤੇ ਪੰਜਾਬੀ ਸਾਡੀ ਕਿਹੜੀ ਕਿਸੇ ਗੱਲੋਂ ਘੱਟ ਆ ਜੀ, ਇਹਦੇ ਵਿੱਚ ਕਿਹੜੀ ਕਮੀ ਆ। ਮਰਾਠੀ ਲਿਖੀ ਜਾਂਦੀ ਹੈ ਇੱਥੇ, ਹੈ ਨਾ, ਸਾਡੀ ਪੰਜਾਬੀ ਵੀ ਲਿਖੀ ਜਾਊਗੀ, ਪਰ ਇਹਦੇ ਲਈ ਸਾਰੇ ਜਣੇ ਅਸੀਂ ਹੋਰ ਗੱਲਾਂ ਤੇ ਨਹੀਂ, ਕੋਈ ਚੱਕਰ ਨਹੀਂ ਭਾਜੀ, ਕਿਰਪਾਲ ਜੀ ਕੋਈ ਚੱਕਰ ਨਹੀਂ ਭਾਜੀ, ਕੋਈ ਮਸਲਾ ਨਹੀਂ ਇੱਦਾਂ ਦਾ ਮਾਲਕੋ। ਕਾਰੋਬਾਰ ਵੀ ਭਾਜੀ ਦੇਖਣੇ ਹੁੰਦੇ ਆ। ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਜੀ 6 ਵਜੇ ਤੋਂ ਪਹਿਲਾਂ ਪਹਿਲਾਂ ਛੱਡ ਦਿਆਂ, ਕਿਉਂਕਿ ਥੋੜ੍ਹਾ ਜਿਹਾ ਨਾਈਟ ਸ਼ਾਪ ਦੀ ਜਿਹੜੀ ਦੁਨੀਆ ਉਹਦੇ ਵਿੱਚ ਵੀ ਕਈ ਫਿੱਕੇ ਰੰਗ ਆ ਰਹੇ ਆ, ਕਿਉਂਕਿ ਹਾਲਾਤ ਥੋੜ੍ਹੇ ਜਿਹੇ ਐਸੇ ਆ। ਤੇ 19 ਕੁ ਵਜੇ ਤੱਕ ਬਾਕੀ ਦੁਕਾਨਾਂ ਖੁੱਲ੍ਹਦੀਆਂ, 19 ਕੁ ਵਜੇ ਤੱਕ ਤੁਹਾਡੀਆਂ ਦੁਕਾਨਾਂ ਖੁੱਲ੍ਹਦੀਆਂ, ਤੇ ਫਿਰ ਉਹ ਥੋੜ੍ਹਾ ਜਿਹਾ ਮੈਂ ਸਮਝ ਸਕਦਾ ਜੀ, ਕੋਈ ਪ੍ਰੋਬਲਮ ਨਹੀਂ, ਠੀਕ ਹੈ। ਤੇ ਆਪਾਂ ਮਤਲਬ ਕਿਸੇ ਨੂੰ ਕੋਈ ਉਹ ਨਹੀਂ, ਕੋਈ ਮਜਬੂਰ ਨਹੀਂ ਕਿਸੇ ਗੱਲੋਂ ਕਰਨਾ, ਬਸ ਇੰਨਾ ਹੀ ਹੈ, ਨਾ ਕੋਈ ਖਰਚੇ ਵਾਲਾ, ਨਾ ਕੋਈ ਆਪਾਂ ਕਿਤੇ ਬਹੁਤਾ ਕੱਟ ਕਰਨਾ, ਬਸ ਇੰਨਾ ਹੀ ਸਿਰਫ ਵੀ ਜੇ ਆਪਾਂ ਪੰਜਾਬੀ ਦੀ ਇੱਦਾਂ ਸੇਵਾ ਕਰ ਸਕਦੇ ਹਾਂ ਤੇ ਕੋਸ਼ਿਸ਼ ਕਰੀਏ, ਆਪਾਂ ਕਰੀਏ। ਤੇ ਆਪਣੇ ਸਾਰੇ ਤਕਰੀਬਨ ਕਾਰੋਬਾਰੀ ਬੰਦੇ ਆ, ਤੇ ਉਹਦੇ ਨਾਲ ਆਪਾਂ ਨੂੰ ਜਿਹੜਾ ਆਪਣੀ ਪੰਜਾਬੀ ਆ ਉਹ ਪ੍ਰਫੁੱਲਤ ਹੋਊਗੀ। ਤੇ ਬਹੁਤ ਇਹ ਮੈਂ ਜ਼ਰੂਰੀ ਸਮਝਦਾ, ਆਪਾਂ ਨੂੰ ਇਹ ਕਦਮ ਚੱਕਣੇ ਚਾਹੀਦੇ ਆ। ਔਰ ਇਹ ਕਦਮ ਤਦੇ ਹੀ ਚੱਕੇ ਜਾ ਸਕਦੇ ਜੇ ਤੁਸੀਂ ਸਾਰੇ ਜਣੇ ਰਲ ਕੇ ਮੇਰਾ ਸਾਥ ਦਿਓ। ਤੇ ਫਿਰ ਆਪਾਂ ਜਿੱਦਾਂ ਮੇਰੀ ਗੱਲਬਾਤ ਚੱਲ ਰਹੀ ਹੈ, ਤੇ ਮੈਂ ਉਹ ਸਾਰੇ ਇੱਕ ਦਿਨ ਆਪਾਂ ਕਰਾਂਗੇ, ਸ਼ਾਇਦ ਜਨਵਰੀ ਦਾ ਕੋਈ ਦਿਨ ਕਰ ਲਈਏ। ਤੇ ਫਿਰ ਕਿਉਂਕਿ ਜਨਵਰੀ ਤੋਂ ਬਾਅਦ ਫਰਵਰੀ ਮਾਰਚ ਕਈ ਵਾਰੀ ਸੰਗਤਾਂ ਆਪਣੀਆਂ ਇੰਡੀਆ ਜਾਣ ਲੱਗ ਪੈਂਦੀਆਂ, ਫਿਰ ਵਿਆਹ ਸ਼ਾਦੀਆਂ ਪੰਜਾਬ ਚੱਲ ਪੈਂਦੇ ਆ। ਤੇ ਸਾਰੇ ਜਣੇ ਆਪਾਂ ਕੋਸ਼ਿਸ਼ ਕਰੀਏ, ਇੱਕ ਵਾਰੀ ਇਹ ਉਪਰਾਲਾ ਲੈ ਕਰੀਏ, ਤੇ ਬਾਬਾ ਮਿਹਰ ਕਰੂਗਾ। ਤੇ ਇਸ ਦੇ ਨਾਲ ਹੀ ਜੀ ਅੱਜ 6 ਵੱਜ ਚੱਲੇ, ਮੈਂ ਮਾफ़ੀ ਚਾਹੁੰਦਾ। ਆਪਾਂ ਇੱਥੇ ਅੱਜ ਸਮਾਪਤੀ ਕਰਦੇ ਹਾਂ। ਅਗਲੇ ਐਤਵਾਰ ਨੂੰ ਨਵੇਂ ਹੋਰ ਪੁਰਾਣੇ ਜਿਹੜੇ ਆ ਵਿਸਰ ਚੁੱਕੀਆਂ ਚੀਜ਼ਾਂ ਜਿਹੜੀਆਂ ਨੂੰ ਅਸੀਂ ਕਹਿ ਸਕਦੇ, ਜਾਂ ਸਾਡੀਆਂ ਵਿਰਾਸਤੀ ਚੀਜ਼ਾਂ, ਉਹਨਾਂ ਦੇ ਨਾਮ ਲੈ ਕੇ ਮੈਂ ਫਿਰ ਦੁਬਾਰਾ ਹਾਜ਼ਰ ਹੋਊਂਗਾ। ਤੇ ਆਪਾਂ ਕੋਸ਼ਿਸ਼ ਕਰਨੀ ਉਹਨਾਂ ਬਾਰੇ ਜੇ ਚਾਨਣਾ ਵੀ ਨਾਲ ਨਾਲ ਪਾਇਆ ਕਰੂੰਗਾ। ਤੇ ਤੁਹਾਡੇ ਕੋਲ ਵੀ ਜੇ ਕਿਸੇ ਕਿਸਮ ਦੇ ਵਿਚਾਰ ਹੁੰਦੇ, ਤੁਸੀਂ ਜ਼ਰੂਰ ਮੈਨੂੰ ਲਿਖ ਕੇ ਭੇਜਿਆ ਕਰੋ, ਤੇ ਮੈਸੇਜ ਕਰ ਦਿਓ ਮੇਰੇ WhatsApp ਨੰਬਰ ਤੇ। ਆਪਾਂ ਉਹਨਾਂ ਚੀਜ਼ਾਂ ਤੇ ਵੀ ਵਿਚਾਰ ਕਰਿਆ ਕਰੀਏ। ਜਿੱਦਾਂ ਅੱਜ ਰਵੀ ਜੀ ਨੇ ਮੈਨੂੰ ਸੰਗਰਾਂਦ ਬਾਰੇ ਕਿਹਾ ਸੀਗਾ, ਤੇ ਆਪਾਂ ਕੋਸ਼ਿਸ਼ ਕੀਤੀ ਜਿੰਨਾ ਵੀ ਪਤਾ ਦੱਸਣ ਦੀ, ਕਿਉਂਕਿ ਦੇਸੀ ਮਹੀਨੇ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਇਹਨਾਂ ਬਾਰੇ ਵੀ ਸਾਨੂੰ ਜਿਹੜੀ ਜਾਣਕਾਰੀ ਆ ਉਹ ਬਹੁਤ ਜ਼ਰੂਰੀ ਆ, ਦੱਸਣੀ ਚਾਹੀਦੀ ਸਾਰੀ ਗੱਲਬਾਤ ਦੇਸੀ ਮਹੀਨਿਆਂ ਦੀ ਵੀ। ਤੇ ਚਲੋ ਸਾਰੇ, ਜੇ ਮੇਰੇ ਕੋਲੋਂ ਗੱਲਾਂ ਬਾਤਾਂ ਕਰਦੇ ਕਿਸੇ ਦੇ ਸ਼ਾਨ ਦੇ ਖਿਲਾਫ ਇੱਕ ਵੀ ਗਲਤ ਸ਼ਬਦ ਬੋਲ ਹੋ ਗਿਆ ਹੋਵੇ, ਤੇ ਮੈਂ ਹੱਥ ਜੋੜ ਕੇ ਮਾफ़ੀ ਮੰਗਦਾ। ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਰਾਮ ਰਾਮ ਸਭ ਨੂੰ ਜੀ। ਓਕੇ।